ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਵਿਗਨ ਵਿਨਾਸ਼ਨ ਸੋ। ਸੁਕਾਓ ਹੋਟਲ ਗੁਰ ਸੇਵੀ ਅਹਨਸ ਸਹਜ ਸੁਭਾ। ਦਰਸ਼ਨ ਪਰਸੈ ਜਨਮ ਮਰਨ ਦੁਖ। ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਸਾਹਿਬ ਜੀਆਂ ਨੇ ਸਤ ਸੰਗਤ ਦਾ ਸੁਭਾਗ ਸਮਾਂ ਬਖਸ਼ਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀਆਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਬੇਅੰਤ ਸੰਗਤਾਂ ਨੇ ਅੰਮ੍ਰਿਤ ਛਕਿਆ। ਮਹਾਰਾਜ ਸਾਹਿਬ ਜੀਆਂ ਨੇ ਰਹਿਤ ਮਰਿਆਦਾ ਦੱਸੀ ਹੈ। ਜਿਸ ਤਰ੍ਹਾਂ ਅੱਗੇ ਮਹਾਰਾਜ ਕਿਰਪਾ ਕਰਦੇ ਹੋ ਇਤਿਹਾਸ ਉਹ ਪ੍ਰਸੰਗ ਉਹ ਬਚਨ ਅੱਜ ਆਪਾਂ ਸਰਵਣ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਇਓ ਖਾਲਸਾ ਬਿਦਤ ਜਗ ਇੱਕ ਇੱਕ ਕੈ ਸਮੁਦਾਏ। ਖਾਲਸਾ ਪੰਥ ਮਹਾਰਾਜ ਜੀਆਂ ਨੇ ਪ੍ਰਗਟ ਕੀਤਾ ਇੱਕ ਇੱਕ ਕਰਕੇ। ਅੱਜ ਇੱਕ ਸਿੱਖ ਸਜਿਆ, ਕੱਲ ਨੂੰ ਇੱਕ ਹੋਰ ਸਜਿਆ, ਅਗਲੇ ਦਿਨ ਹੋਰ ਸਜਿਆ। ਇੱਕ ਇੱਕ ਕਰਕੇ ਸਮੁਦਾਇ ਬਣ ਗਿਆ, ਬਹੁਤੇ ਬਣ ਗਏ। ਮਹਾਰਾਜ ਦੇ ਅੰਮ੍ਰਿਤਧਾਰੀ ਸਿੱਖਾਂ ਦੀ ਗਿਣਤੀ ਇੱਕ ਇੱਕ ਕਰਕੇ ਵੱਧਦੀ ਪਈ ਹੈ। ਰੋਜ਼ ਦੀ ਰੋਜ਼ 50-50, 100-100, 200-200, 500-500 ਦੇ ਜਥੇ ਆਉਂਦੇ। ਮਹਾਰਾਜ ਸਾਨੂੰ ਅੰਮ੍ਰਿਤ ਛਕਾ ਦਿਓ। ਇਸ ਤਰ੍ਹਾਂ ਖਾਲਸੇ ਦੀ ਗਿਣਤੀ ਵੱਧਦੀ ਹੈ। ਹਿਤ ਅਖੇਰ ਬਨ ਜਾਏ ਸੇ ਲਿਆਏ ਮਿਰਗਨ ਕੋ ਕਾਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਦੇ ਸਿੱਖ ਜਾਂਦੇ ਸ਼ਿਕਾਰ ਖੇਡਣ ਵਾਸਤੇ ਤੇ ਕਈ ਤਰ੍ਹਾਂ ਦਾ ਸ਼ਿਕਾਰ ਖੇਡ ਕੇ ਲਿਆਉਂਦੇ ਹਨ। ਇੱਕ ਦਿਨ ਉਦੇ ਸਿੰਘ ਚੱਲ ਗਇਓ। ਕਹਿਣ ਲੱਗੇ ਵੀ ਇੱਕ ਦਿਨ ਮਹਾਰਾਜ ਦਾ ਸਿੱਖ ਭਾਈ ਉਦੈ ਸਿੰਘ। ਪਿੱਛੇ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕਰ ਲਿਆ ਕਿ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਮਸਤ ਹਾਥੀ ਦੇ ਸਿਰ ਵਿੱਚ ਨਾਗਨੀ ਮਾਰੀ ਹੈ ਨਾ, ਇਹ ਭਾਈ ਬਚਿੱਤਰ ਸਿੰਘ ਦਾ ਭਰਾ ਹੈ ਭਾਈ ਉਦੈ ਸਿੰਘ, ਬੜਾ ਵੱਡਾ ਸੂਰਮਾ। ਇੱਕ ਦਿਨ ਭਾਈ ਉਦੈ ਸਿੰਘ ਜੀ ਗਏ ਸ਼ਿਕਾਰ ਖੇਡਣ ਵਾਸਤੇ। ਫਿਰਤ ਅਖੇਰ ਬਿਰਤ ਬਨ ਕਇਓ। ਕਹਿਣ ਲੱਗੇ ਵੀ ਇਸ ਤਰ੍ਹਾਂ ਸ਼ਿਕਾਰ ਖੇਡਦਿਆਂ ਖੇਡਦਿਆਂ ਜੰਗਲ ਵਿੱਚ ਚਲੇ ਗਏ। ਸੰਘਣਾ ਜੰਗਲ ਹੈ, ਉਸ ਦੇ ਵਿੱਚ ਪਹੁੰਚੇ ਹਨ। ਵੇਖਿਓ ਅਚਾਨਕ ਕਹਿਰ ਆਇਓ। ਭਾਈ ਉਦੈ ਸਿੰਘ ਨੇ ਕੀ ਵੇਖਿਆ ਵੀ ਸਾਹਮਣੇ ਇੱਕ ਕੇਰੀ ਸ਼ੇਰ, ਬੜਾ ਵੱਡਾ ਸ਼ੇਰ, ਬੜੀ ਵੱਡੀ ਜੱਤ ਹੈ, ਬੜਾ ਖੂਨਖਾਰ ਹੈ। ਐਸਾ ਸ਼ੇਰ ਆਉਂਦਾ ਇਹਨਾਂ ਨੇ ਦੇਖਿਆ ਹੈ। ਧਰ ਧੀਰਜ ਇਨ ਪਾਵ ਟਿਕਾਇਓ। ਪਰ ਭਾਈ ਉਦੈ ਸਿੰਘ ਜੀ ਧੀਰਜ ਰੱਖ ਕੇ, ਹੌਸਲਾ ਰੱਖ ਕੇ ਨਾ ਸਾਹਮਣੇ ਮਜ਼ਬੂਤੀ ਦੇ ਨਾਲ ਖੜ ਗਏ, ਚੰਗੀ ਤਰ੍ਹਾਂ ਪੈਰ ਜਮਾ ਕੇ ਧਰਤੀ ਤੇ, ਕਿ ਜੇ ਸ਼ੇਰ ਛਾਲ ਮਾਰ ਕੇ ਉੱਪਰ ਪਵੇ ਤੇ ਪੈਰ ਨਾ ਕਿਤੇ ਥੱਲਿਓਂ ਹਿੱਲ ਜਾਣ। ਭਾਈ ਉਦੈ ਸਿੰਘ ਜੀ ਬੜੀ ਧੀਰਜ ਦੇ ਨਾਲ ਆਪਣੇ ਪੱਕੀ ਤਰ੍ਹਾਂ ਪੈਰ ਜਮਾ ਕੇ ਟਿਕਾ ਕੇ ਹੌਸਲੇ ਦੇ ਨਾਲ ਖਲੋਤੇ ਹਨ। ਜਬ ਨੇਰ ਸੋ ਸ਼ੇਰ ਪਹੁੰਚਾ। ਕਹਿਣ ਲੱਗੇ ਵੀ ਜਦੋਂ ਸ਼ੇਰ ਨੇ ਵੇਖਿਆ ਵੀ ਸਾਹਮਣੇ ਕੋਈ ਵਿਅਕਤੀ ਹੈ ਵੀ ਮੈਂ ਇਹਦਾ ਸ਼ਿਕਾਰ ਕਰਾਂ, ਤੇ ਸ਼ੇਰ ਬੜੀ ਫੁਰਤੀ ਦੇ ਨਾਲ ਭਾਈ ਉਦੈ ਸਿੰਘ ਦੇ ਉੱਪਰ ਹਮਲਾ ਕਰਨ ਵਾਸਤੇ ਜਿਸ ਵੇਲੇ ਨੇੜੇ ਆਇਆ ਹੈ। ਤਜੀ ਤੁਫੰਗ ਨਾਦ ਕਰ ਉੱਚਾ। ਤੇ ਭਾਈ ਉਦੈ ਸਿੰਘ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਹੈ। ਬੰਦੂਕ ਨੂੰ ਚੰਗੀ ਤਰ੍ਹਾਂ ਬਰੂਦ ਦੇ ਨਾਲ ਭਰਿਆ ਹੋਇਆ। ਜਦੋਂ ਵੇਖਿਆ ਵੀ ਹੁਣ ਸ਼ੇਰ ਮੇਰੇ ਨਿਸ਼ਾਨੇ ਦੇ ਅੰਦਰ ਆ ਗਿਆ,
ਤੱਕ ਕੇ ਸ਼ੇਰ ਨੂੰ ਉਸ ਵੇਲੇ ਬੰਦੂਕ ਦੇ ਵਿੱਚੋਂ ਗੋਲੀ ਚਲਾਈ ਹੈ। लगी शीस फूट्यो गिर पर्यो। ਕਹਿਣ ਲੱਗੇ ਵੀ ਗੋਲੀ ਭਾਈ ਉਦੈ ਸਿੰਘ ਦੀ ਬੰਦੂਕ ਵਿੱਚੋਂ ਚੱਲੀ ਹੈ, ਸ਼ੇਰ ਦੇ ਮੱਥੇ ਵਿੱਚ ਵੱਜੀ ਆ, ਮੱਥਾ ਪਾਟਾ ਤੇ ਧਰਤੀ ਤੇ ਧੜਮ ਕਰਦਾ ਸ਼ੇਰ ਜਿਹੜਾ ਬੁੱਧੇ ਮੂੰਹ ਡਿੱਗਾ ਹੈ। नहीं उठन को तिन पुन करियो। ਕਹਿਣ ਲੱਗੇ ਵੀ ਗੋਲੀ ਐਸੇ ਟਿਕਾਣੇ ਤੇ ਵੱਜੀ ਹੈ ਕਿ ਸ਼ੇਰ ਦੀ ਵੀ ਹਿੰਮਤ ਟੁੱਟ ਗਈ ਹੈ, ਦੁਬਾਰਾ ਉੱਠਣ ਦੀ ਹਿੰਮਤ ਹੀ ਨਹੀਂ ਰਹਿ ਗਈ। ਜਿੱਥੇ ਡਿੱਗਿਆ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ, ਅੱਖਾਂ ਖੁੱਲੇ ਦੀਆਂ ਖੁੱਲੀਆਂ ਰਹਿ ਗਈਆਂ। ਤੇ ਸ਼ੇਰ ਕਹਿੰਦੇ ਉਸੇ ਡਿੱਗਿਆ ਉਦੋਂ ਮਗਰੋਂ ਉੱਠਿਆ ਨਹੀਂ ਹੈ। हत के सतगुर के टिगायो। ਕਹਿਣ ਲੱਗੇ ਵੀ ਭਾਈ ਉਦੈ ਸਿੰਘ ਨੇ ਜਦੋਂ ਸ਼ੇਰ ਮਾਰਿਆ ਨਾ, ਮਹਾਰਾਜ ਨੇ ਕੱਲਾ ਨਾਮ ਹੀ ਸਿੰਘ ਨਹੀਂ ਰੱਖਿਆ, ਸਿੰਘਾਂ ਵਾਲੀ ਬਹਾਦਰੀ ਵੀ ਮਹਾਰਾਜ ਨੇ ਬਖਸ਼ੀ ਹੈ। ਸਿੰਘ ਨਾਮ ਸ਼ੇਰ ਦਾ ਗੁਰੂ ਨੇ ਸਿੱਖ ਨੂੰ ਨਾਮ ਸਿੰਘ ਦਿੱਤਾ ਹੈ। ਸਿੰਘ ਤੋਂ ਭਾਵ ਹੈ ਸ਼ੇਰ, ਤੇ ਸ਼ੇਰ ਵਰਗੀ ਬਹਾਦਰੀ ਤੇ ਹਿੰਮਤ ਵੀ ਹੈ ਕੋਲ। ਭਾਈ ਉਦੈ ਸਿੰਘ ਨੇ ਜਦੋਂ ਮਾਰਿਆ ਸ਼ੇਰ, ਤੇ ਸ਼ੇਰ ਮਾਰ ਕੇ ਫਿਰ ਸਤਿਗੁਰਾਂ ਦੇ ਕੋਲ ਆਏ ਹਨ। तो बिलंद भयान बतायो। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਆ ਕੇ ਦੱਸਿਆ ਵੀ ਮਹਾਰਾਜ ਇੱਕ ਬੜਾ ਭਿਆਨਕ ਸ਼ੇਰ ਜੰਗਲ ਵਿੱਚ ਮੈਨੂੰ ਮਿਲਿਆ। ਜਦੋਂ ਮੈਂ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ, ਕਿਤੇ ਜਾ ਰਿਹਾ ਸੀ, ਤੇ ਇੱਕ ਬੜਾ ਭਿਆਨਕ ਤਗੜੇ ਸਰੀਰ ਦਾ ਸ਼ੇਰ ਮੈਨੂੰ ਮਿਲਿਆ ਹੈ। सुन कलगी तरदास पठाए। ਮਹਾਰਾਜ ਮੈਂ ਉਸ ਨੂੰ ਮਾਰ ਦਿੱਤਾ ਗੋਲੀ ਮਾਰ ਕੇ। ਜਦੋਂ ਮਹਾਰਾਜ ਨੇ ਸੁਣਿਆ ਨਾ ਵੀ ਸਾਡੇ ਸਿੱਖ ਨੇ ਸ਼ੇਰ ਮਾਰਿਆ, ਮਹਾਰਾਜ ਨੇ 5-7 ਸਿੱਖ ਭੇਜੇ। ਕਹਿਣ ਲੱਗੇ ਜਾਓ ਭਾਈ, ਜਿੱਥੇ ਸ਼ੇਰ ਮਾਰ ਕੇ ਆਇਆ ਨਾ ਉੱਥੇ ਜਾਣਾ ਕਰੋ। सिर पग सकल पोस उतराए। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਿਰ ਤੋਂ ਪੈਰਾਂ ਤੱਕ ਉਹਦੀ ਖੱਲ ਉਤਰਵਾਈ। ਕਹਿਣ ਲੱਗੇ ਵੀ ਜਿੱਥੇ ਸ਼ੇਰ ਮਰਿਆ ਪਿਆ ਉਹਦੀ ਖੱਲ ਉਤਾਰ ਕੇ ਲੈ ਕੇ ਆਓ। ਸਿੱਖਾਂ ਨੇ ਹੁਕਮ ਮੰਨਿਆ ਮਹਾਰਾਜ ਜੀਆਂ ਦਾ, ਝਾਟੀ ਦੌੜ ਕੇ ਪਹੁੰਚੇ ਹਨ। निस्मह राशव एक मंगायो। ਕਹਿਣ ਲੱਗੇ ਗੁਰਮੁਖੋ, ਜਦੋਂ ਉਹਦੀ ਖੱਲ ਉਤਾਰੀ ਨਾ ਸ਼ੇਰ ਦੀ, ਤੇ ਖੱਲ ਉਤਾਰ ਕੇ ਰੱਖ ਲਈ ਹੈ। ਰਾਤ ਪੈ ਗਈ, ਮਹਾਰਾਜ ਨੇ ਇੱਕ ਜੁਗਤੀ ਨਵੀਂ ਬਣਾਈ ਹੈ। ਮਹਾਰਾਜ ਕਹਿਣ ਲੱਗੇ ਵੀ ਇੱਕ ਗਧਾ ਲੈ ਕੇ ਆਓ, ਖੋਤਾ ਲੈ ਕੇ ਆਓ, ਲੱਭ ਕੇ ਕਿਤੇ। ਹੁਣ ਖੋਤੇ ਬਥੇਰੇ ਗਲੀਆਂ 'ਚ ਤੁਰੇ ਫਿਰਦੇ ਘੁਮਿਆਰਾਂ ਦੇ। ਸ਼ੇਰ ਦੀ ਖੱਲ ਜੰਗਲ ਵਿੱਚੋਂ ਲਾ ਕੇ ਲੈ ਆਂਦੀ ਹੈ। ਇੱਕ ਖੋਤਾ ਮੰਗਾ ਲਿਆ। ਗਧਾ ਕਹਿਣ ਲੱਗੇ ਵੀ ਰਾਤ ਨੂੰ ਚੁੱਪ ਕਰਕੇ ਕਿਸੇ ਨੂੰ ਪਤਾ ਨਾ ਲੱਗੇ, ਇੱਕ ਗਧਾ ਲੱਭ ਕੇ ਲਿਆਉਣਾ ਕਰੋ। पग सिर लो तिस पट पहरायो। ਤੇ ਸਤਿਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਜਿਹੜੇ ਪਹਿਰੇਦਾਰ ਸਿੱਖ ਸਨ, ਉਹਨਾਂ ਨੇ ਇਧਰੋਂ ਉਧਰੋਂ ਘੁੰਮ ਕੇ ਉਹ ਗਧਾ ਬਾਹਰ ਰੂੜੀਆਂ ਤੇ ਤੁਰਿਆ ਫਿਰਦਾ ਸੀ, ਤੇ ਗਧੇ ਨੂੰ ਉਹਨਾਂ ਨੇ ਫੜਿਆ ਤੇ ਛੇਤੀ ਨਾਲ ਲੈ ਆਂਦਾ ਮਹਾਰਾਜ ਜੀਆਂ ਦੇ ਕੋਲ। ਕਹਿਣ ਲੱਗੇ ਮਹਾਰਾਜ ਅਗਲਾ ਕੀ ਹੁਕਮ ਹੈ? ਤੇ ਸਤਿਗੁਰੂ ਕਹਿਣ ਲੱਗੇ ਹੁਕਮ ਹੈ ਵੀ ਜਿਹੜੀ ਸ਼ੇਰ ਦੀ ਖੱਲ ਉਤਾਰੀ ਹੈ ਨਾ, ਉਹ ਇਸ ਗਧੇ ਦੇ ਉੱਪਰ ਪਾ ਦਿਓ। ਗਧੇ ਨੂੰ ਵਰਦੀ ਪਾ ਦਿਓ ਸ਼ੇਰ ਵਾਲੀ। ਸ਼ੇਰ ਦੀ ਖੱਲ ਉਤਾਰੀ ਹੈ, ਉਹ ਖੱਲ ਗਧੇ ਦੇ ਉੱਪਰ ਪਾ ਕੇ ਇਹਦੀ ਪਹਿਚਾਣ ਬਦਲ ਦਿਓ, ਪਤਾ ਨਾ ਲੱਗੇ ਵੀ ਇਹ ਗਧਾ ਹੈ ਕਿ ਸ਼ੇਰ ਹੈ। ਸਤਿਗੁਰਾਂ ਦਾ ਹੁਕਮ ਮੰਨ ਕੇ ਉਸੇ ਤਰ੍ਹਾਂ ਕੀਤਾ ਹੈ। खेतन बिखै उजार कनेरी। ਕਹਿਣ ਲੱਗੇ ਜਦੋਂ ਸਿੱਖਾਂ ਨੇ ਉਹਦੇ ਉੱਪਰ ਖੱਲ ਪਾ ਦਿੱਤੀ ਨਾ, ਸ਼ੇਰ ਦਾ ਪਹਿਰਾਵਾ ਗਧੇ ਤੇ ਪਾ ਦਿੱਤਾ, ਮਹਾਰਾਜ ਕਹਿੰਦੇ ਇਹਨੂੰ ਖੇਤਾਂ ਵਿੱਚ ਛੱਡਿਓ। ਜਿੱਥੇ ਉਜਾੜ ਹੋਵੇ ਨਾ, ਬੀਆਬਾਨ ਜੰਗਲ ਹੋਵੇ, ਇਹਨੂੰ ਜੰਗਲ ਵਿੱਚ ਛੱਡ ਕੇ ਆਓ। ਬੀਆਬਾਨ ਖਤਾਨਾਂ ਵਿੱਚ ਜਿੱਥੇ ਟੋਏ ਵਗੈਰਾ ਹੋਣ, ਕੋਈ ਆਉਂਦਾ ਜਾਂਦਾ ਨਾ ਹੋਵੇ, ਉਜੜੀ ਜੀ ਜਗ੍ਹਾ ਹੋਵੇ, ਉਜਾੜ ਦੇ ਵਿੱਚ ਇਸ ਨੂੰ ਛੱਡ ਕੇ ਆਉਣਾ ਕਰੋ। तहाँ छुड़ाए दीन तिस बेरी। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਹੁਕਮ ਕੀਤਾ, ਤੇ ਇਸ ਗਧੇ ਦੇ ਉੱਪਰ ਸ਼ੇਰ ਦੀ ਖੱਲ ਪਾ ਕੇ ਤੇ ਇਹਨੂੰ ਉਜਾੜ ਦੇ ਵਿੱਚ ਛੱਡ ਆਏ। ਜੰਗਲ ਵਿੱਚ ਬੀਆਬਾਨ ਦੇ ਵਿੱਚ ਛੱਡ ਆਏ ਹਨ। खेतन को चार निशा मझारी। ਕਹਿਣ ਲੱਗੇ ਇਹ ਜਿਹੜਾ ਗਧਾ ਬਣਿਆ ਤੇ ਸ਼ੇਰ ਹੈ, ਪਰ ਹੁਣ ਗਧੇ ਦੀ ਖੁਰਾਕ ਤੇ ਗਧਿਆਂ ਵਾਲੀ ਰਹਿ ਗਈ ਨਾ, ਸ਼ੇਰਾਂ ਵਾਲੀ ਥੋੜੀ ਹੋ ਜਾਣੀ ਹੈ। ਗਧੇ ਨੇ ਕੀ ਕੀਤਾ ਵੀ ਰਾਤ ਨੂੰ ਕਈ ਖੇਤ ਚਰ ਗਿਆ, ਜਿੱਧਰ ਨੂੰ ਤੁਰਿਆ ਗਿਆ ਮੂੰਹ ਮਾਰਦਾ ਗਿਆ। ਕਈਆਂ ਕਿਸਾਨਾਂ ਦੀ ਫਸਲ ਜਿਹੜੀ ਉਸ ਵੇਲੇ ਖੇਤਾਂ ਵਿੱਚ ਉੱਗੀ ਹੋਈ ਐ, ਇਸਨੇ ਖਾ ਲਈ ਹੈ। बेले बरियो होत पुनसारी। ਤੇ ਕਹਿਣ ਲੱਗੇ ਵੀ ਚਰਦਿਆਂ ਫਿਰ ਕਹਿਣ ਲੱਗੇ ਵੀ ਜਦੋਂ ਦਿਨ ਚੜਿਆ ਨਾ, ਵੇਖਿਆ ਵੀ ਹੁਣ ਦਿਨ ਚੜਨ ਵਾਲਾ, ਖੋਤੇ ਨੇ ਸਮਝਿਆ ਵੀ ਆਪਾਂ ਰੱਜ ਤੇ ਲਿਆ ਚੰਗੀ ਤਰ੍ਹਾਂ, ਬਾਹਰ ਰਵਾਂਗੇ ਤੇ ਕੋਈ ਕੁੱਟੇਗਾ, ਹੁਣ ਆਪਾਂ ਜੰਗਲ ਵਿੱਚ ਚਲੇ ਜਾਈਏ। ਗਧੇ ਨੇ ਚੰਗੀ ਤਰ੍ਹਾਂ ਫਸਲ ਖਾ ਕੇ ਤੇ ਜਦੋਂ ਦਿਨ ਚੜਨ ਲੱਗਾ ਨਾ, ਚੜ੍ਹਾਅ ਆਉਣ ਲੱਗਾ,
ਇਹ ਗਧਾ ਫਿਰ ਅੱਗੇ ਜੰਗਲ ਵਿੱਚ ਚਲਾ ਗਿਆ ਹੈ। ਲੋਕ ਗਰੀਬ ਦੇਖ ਕਰ ਆਏ। ਕਹਿਣ ਲੱਗੇ ਵੀ ਜਿਹੜੇ ਲੋਕ ਸਨ ਇੱਥੋਂ ਦੇ ਉਹ ਵੇਖ ਕੇ ਆਏ। ਉਹਨਾਂ ਨੇ ਵੇਖਿਆ ਵੀ ਫਸਲ ਵੀ ਉਜੜੀ ਪਈ ਹੈ, ਚੰਗੀ ਤਰ੍ਹਾਂ ਸਾਰੀ ਗੱਲਬਾਤ ਵੇਖ ਕੇ ਆਏ ਹਨ। ਵੱਡੋ ਸ਼ੇਰ ਇੱਕ ਸਬਨ ਬਤਾਏ। ਉਹਨਾਂ ਨੇ ਆ ਕੇ ਦੱਸਿਆ ਮਹਾਰਾਜ ਵੀ ਇਲਾਕੇ ਵਿੱਚ ਨਾ ਇੱਕ ਬੜਾ ਵੱਡਾ ਸ਼ੇਰ ਆ ਗਿਆ। ਕਿਸੇ ਨੇ ਤੁਰਿਆ ਫਿਰਦਾ ਜੰਗਲ ਵਿੱਚ ਵੇਖ ਲਿਆ ਗਧਾ। ਹੁਣ ਗਧੇ ਦੇ ਉੱਪਰ ਸ਼ੇਰ ਦੀ ਖੱਲ ਪਾਈ ਹੈ। ਸ਼ੇਰ ਦਾ ਡਰ ਇਹਨਾਂ ਵੀ ਨੇੜੇ ਕੋਈ ਜਾਂਦਾ ਨਹੀਂ। ਦੂਰੋਂ ਕਿਸੇ ਨੇ ਤੁਰਿਆ ਫਿਰਦਾ ਜੰਗਲ ਵਿੱਚ ਖੇਤਾਂ ਵਿੱਚ ਵੇਖਿਆ ਵੀ ਗਧਾ ਸ਼ੇਰ ਦੇ ਰੂਪ ਵਿੱਚ ਤੁਰਿਆ ਫਿਰਦਾ। ਕਿਸੇ ਗਰੀਬ ਨੇ ਆ ਕੇ ਦੱਸਿਆ ਹੈ ਬਨ ਮਹਿ ਵਿਚਰਤ ਮਾਰ ਨਾ ਖੈ ਹੈ। ਮਹਾਰਾਜ ਜੰਗਲ ਦੇ ਵਿੱਚ ਇੱਕ ਸ਼ੇਰ ਤੁਰਿਆ ਫਿਰਦਾ, ਪਰ ਉਹ ਕਿਸੇ ਦੇ ਕੋਲੋਂ ਮਾਰ ਨਹੀਂ ਖਾਂਦਾ। ਹੁਣ ਸ਼ੇਰ ਦਾ ਭੈ ਨਾ ਛੇਤੀ ਕਿਤੇ ਕੋਈ ਕੋਲ ਨਹੀਂ ਜਾਏਗਾ। ਜੇ ਕੋਈ ਜਾਏਗਾ ਉਹਦੇ ਕੋਲ ਇੰਨੀ ਪਹੁੰਚ ਨਹੀਂ ਹੈ ਵੀ ਉਹ ਸ਼ੇਰ ਨੂੰ ਮਾਰ ਸਕੇ। ਇਹਨਾਂ ਨੇ ਆ ਕੇ ਦੱਸਿਆ, ਕਹਿਣ ਲੱਗੇ ਜੀ ਸਾਡੇ ਖੇਤਾਂ ਵਿੱਚ ਨੇੜੇ ਦੇ ਜੰਗਲ ਵਿੱਚ ਇੱਕ ਸ਼ੇਰ ਤੁਰਿਆ ਫਿਰਦਾ, ਅਸੀਂ ਵੇਖਿਆ, ਪਰ ਉਸ ਨੂੰ ਕੋਈ ਮਾਰਨ ਦੀ ਹਿੰਮਤ ਨਹੀਂ ਕਰਦਾ ਹੈ। ਗੁਰ ਪੀ ਸੁਨਿਓ ਤੂਸ਼ਨੀ ਹਵੈ। ਤੇ ਸਤਿਗੁਰੂ ਪਾਤਸ਼ਾਹ ਨੇ ਵੀ ਸੁਣਿਆ, ਕਿਉਂਕਿ ਮਹਾਰਾਜ ਨੇ ਆਪ ਹੀ ਛਡਾਇਆ ਸੀ ਗਧਾ, ਗਧੇ ਉੱਪਰ ਸ਼ੇਰ ਦੀ ਖੱਲ ਪਾਈ। ਇਹ ਕੌਤਕ ਤੇ ਮਹਾਰਾਜ ਨੇ ਆਪ ਹੀ ਰਚਿਆ, ਪਰ ਸਾਰਾ ਕੁਝ ਹਨੇਰੇ ਵਿੱਚ ਕੀਤਾ ਗਿਆ, ਕਿਸੇ ਨੂੰ ਪਤਾ ਨਹੀਂ ਲੱਗਾ। ਸਤਿਗੁਰਾਂ ਨੇ ਸੁਣ ਤੇ ਲਿਆ। ਮਹਾਰਾਜ ਤੇ ਜਾਣਦੇ ਨੇ ਵੀ ਉਹ ਗਧਾ ਹੀ ਹੈ, ਸ਼ੇਰ ਦੀ ਖੱਲ ਪਾਈ ਹੈ। ਮਹਾਰਾਜ ਨੇ ਸੁਣ ਕੇ ਬਚਨ ਤੇ ਅਣਸੁਣਿਆ ਕਰ ਦਿੱਤਾ, ਬਹੁਤਾ ਧਿਆਨ ਹੀ ਨਾ ਦਿੱਤਾ, ਉਧਰ ਚੁੱਪ ਕਰ ਗਏ ਹਨ। ਛੁਦਾ ਲੱਗੀ ਤੇ ਖੇਤੀ ਖਾਏ। ਕਹਿਣ ਲੱਗੇ ਵੀ ਇਹ ਜਿਹੜਾ ਸ਼ੇਰ ਬਣਿਆ ਸੀ ਨਾ ਗਧਾ, ਹੁਣ ਸ਼ੇਰ ਦਾ ਭੋਜਨ ਗੁਰਮੁਖੋ ਮਾਸ ਹੈ। ਇੱਕ ਵਾਰੀ ਰੱਜ ਕੇ ਮਾਸ ਜੇ ਸ਼ੇਰ ਖਾ ਲਵੇ ਤੇ ਉਹਨੂੰ ਕਈ ਦਿਨ ਭੁੱਖ ਨਹੀਂ ਲੱਗਦੀ ਹੈ। ਸ਼ੇਰ ਦੀ ਖੁਰਾਕ ਮਾਸ ਹੈ ਤੇ ਮਾਸ ਖਾ ਕੇ ਰੱਜ ਕੇ ਤੇ ਪੈ ਗਿਆ। ਹੁਣ ਗਧੇ ਦੀ ਖੁਰਾਕ ਕੀ ਹੈ? ਘਾਹ ਖਾਣਾ। ਤੇ ਗਧੇ ਨੂੰ ਤੇ ਹਰ ਵੇਲੇ ਭੁੱਖ ਲੱਗੀ ਰਹਿੰਦੀ ਹੈ। ਇਹ ਗਧਾ ਜਦੋਂ ਭੁੱਖ ਲੱਗਦੀ ਹੈ ਜੰਗਲ ਵਿੱਚੋਂ ਬਾਹਰ ਆਉਂਦਾ ਹੈ, ਲੋਕਾਂ ਦੀਆਂ ਫਸਲਾਂ ਖਾ ਕੇ ਫਿਰ ਜੰਗਲ ਵਿੱਚ ਚਲੇ ਜਾਂਦਾ। ਗਧੇ ਨੂੰ ਮੌਜ ਲੱਗੀ ਹੈ ਵੀ ਮੈਨੂੰ ਕਹਿੰਦਾ ਕੋਈ ਨਹੀਂ ਕੁਛ ਵੀ, ਮੈਂ ਤੇ ਸ਼ੇਰ ਬਣਿਆ ਹੋਇਆ। ਭੁੱਖ ਲੱਗਦੀ ਹੈ, ਮੈਂ ਜਿਹਦੀ ਮਰਜ਼ੀ ਫਸਲ ਖਾ ਜਾਂਦਾ। ਕਹਿਣ ਲੱਗੇ ਜਦੋਂ ਭੁੱਖ ਲੱਗਦੀ ਹੈ ਉਦੋਂ ਗਧਾ ਫਸਲਾਂ ਖਾਂਦਾ, ਜਦੋਂ ਰੱਜ ਜਾਂਦਾ ਫਿਰ ਜੰਗਲ ਵਿੱਚ ਚਲੇ ਜਾਂਦਾ ਹੈ। ਡਰਤ ਲੋਕ ਕੋ ਨੇਰ ਨਾ ਜਾਏ। ਪਰ ਲੋਕ ਡਰਦੇ ਨੇ, ਨੇੜੇ ਕੌਣ ਜਾਵੇ। ਜੇ ਪਤਾ ਹੋਵੇ ਗਧਾ ਹੈ ਤੇ ਲੋਕੀ ਡੰਡਾ ਲੈ ਕੇ ਮਗਰ ਲੱਗ ਜਾਣ ਤੇ ਕੁੱਟ ਕੇ ਭਜਾਉਣ ਦੂਰ ਕਿਤੇ। ਪਰ ਹੁਣ ਸ਼ੇਰ ਦਾ ਉਹਨੇ ਮਖੌਟਾ ਪਾਇਆ, ਸ਼ੇਰ ਦੀ ਖੱਲ ਪਾਈ ਹੈ, ਡਰਦਾ ਕੋਈ ਨੇੜੇ ਨਹੀਂ ਜਾਂਦਾ ਵੀ ਇਹ ਸ਼ੇਰ ਹੈ, ਇਹਨੇ ਹਮਲਾ ਕਰ ਦੇਣਾ। ਲੋਕਾਂ ਦੀਆਂ ਫਸਲਾਂ ਤੇ ਉਜਾੜਦਾ ਹੈ, ਪਰ ਸ਼ੇਰ ਵਾਲਾ ਬਾਣਾ ਪਾ ਕੇ ਖੱਲ ਪਾ ਕੇ ਲੋਕੀ ਡਰਦੇ ਨੇੜੇ ਨਹੀਂ ਜਾਂਦੇ ਹਨ। ਕਹੈ ਕਿਹਰੀ ਅਹੈ ਵਿਸਾਲਾ। ਲੋਕ ਆਖਦੇ ਵੀ ਇਹ ਬੜਾ ਵੱਡਾ ਸ਼ੇਰ ਹੈ, ਕਿਉਂਕਿ ਗਧੇ ਦਾ ਕੱਦ ਕਾਠ ਕਾਫੀ ਵੱਡਾ ਹੁੰਦਾ। ਗਧੇ ਨੂੰ ਵੱਡਾ ਵੇਖ ਕੇ ਲੋਕ ਆਖਦੇ ਵੀ ਬੜਾ ਤਗੜਾ ਸ਼ੇਰ ਹੈ। ਭਾਜ ਜਾਏ ਸਭ ਹੇਰ ਕਰਾਲਾ। ਜਦੋਂ ਇਹ ਗਧਾ ਆਵੇ ਨਾ ਫਸਲ ਖਾਣ ਵਾਸਤੇ ਤੇ ਉਹ ਕਿਸਾਨ ਭੱਜ ਹੀ ਜਾਣ ਆਪਣਾ ਖੇਤ ਛੱਡ ਕੇ। ਮੁੰਡੇ ਤੇ ਅਸਲੀ ਗੱਲ ਦਾ ਪਤਾ ਵੀ ਇਹ ਗਧਾ ਫਿਰ ਤੇ ਡੰਡਾ ਲੈ ਕੇ ਭਜਾ ਦੇਣਗੇ, ਪਰ ਹੁਣ ਅਸਲੀ ਗੱਲ ਦਾ ਪਤਾ ਨਹੀਂ ਵੀ ਸ਼ੇਰ ਹੈ। ਜਦੋਂ ਇਹ ਫਸਲਾਂ ਨੂੰ ਖਾਣ ਵਾਸਤੇ ਆਉਂਦਾ ਹੈ, ਉਥੋਂ ਦੇ ਜਿਹੜੇ ਕਿਸਾਨ ਸਨ ਉਹ ਦੌੜ ਜਾਂਦੇ ਵੇਖ ਕੇ ਵੀ ਸ਼ੇਰ ਆ ਗਿਆ ਹੈ। ਦੀਨ ਦਵੈ ਤਿਨ ਖੇਤ ਕੋ ਖਾਏ। ਕਹਿਣ ਲੱਗੇ ਵੀ ਇਸ ਗਧੇ ਨੂੰ ਮੌਜਾਂ ਲੱਗੀਆਂ ਹੋਈਆਂ। 2-3 ਦਿਨ ਇਹਨੇ ਚੰਗੀ ਤਰ੍ਹਾਂ ਖੇਤਾਂ ਦੇ ਵਿੱਚ ਉਜਾੜਾ ਕੀਤਾ। ਕਦੇ ਕਿਸੇ ਦੀ ਫਸਲ ਖਾ ਜਾਇਆ ਕਰੇ, ਕਦੇ ਕਿਸੇ ਦੀ ਫਸਲ ਖਾ ਲਿਆ ਕਰੇ। 2-3 ਦਿਨ ਰੱਜਦਾ ਰਿਹਾ ਤੇ ਫਸਲਾਂ ਦਾ ਉਜਾੜਾ ਕਰਦਾ ਰਿਹਾ ਹੈ। ਤ੍ਰਿਪਤ ਹੋਏ ਕਰ ਪੁਰਖੋ ਆਏ। ਤੇ ਜਦੋਂ ਰੱਜ ਜਾਵੇ ਉਦੋਂ ਜੰਗਲ ਨੂੰ ਚਲ ਜਾਇਆ ਕਰੇ ਵੀ ਹੁਣ ਮੈਂ ਰੱਜ ਗਿਆ, ਹੁਣ ਮੈਂ ਆਰਾਮ ਕਰਨਾ। ਤੇ ਗਧਾ ਜਦੋਂ ਰੱਜ ਜਾਵੇ ਜੰਗਲ ਵਿੱਚ ਚਲੇ ਜਾਵੇ। ਜੰਗਲ ਵਿੱਚ ਡਰਦੇ ਲੋਕ ਜਾਂਦੇ ਨਹੀਂ। ਗਧੇ ਨੂੰ ਭੁੱਖ ਲੱਗਦੀ ਹੈ ਤੇ ਬਾਹਰ ਫਸਲਾਂ ਖਾਣ ਵਾਸਤੇ ਆ ਜਾਂਦਾ ਹੈ। ਜਾਮ ਜਾਮਨੀ ਰਹਿ ਗਈ ਜਬੈ। ਕਹਿਣ ਲੱਗੇ ਵੀ ਉਸ ਵੇਲੇ 2-3 ਦਿਨ ਇਸ ਤਰ੍ਹਾਂ ਨਿਕਲ ਗਏ। ਇੱਕ ਦਿਨ ਕੀ ਹੋ ਗਿਆ ਵੀ ਜਦੋਂ ਰਾਤ ਰਹਿ ਗਈ ਨਾ, ਇੱਕ ਪੈਰ ਜੋ ਤੜਕੇ ਦਾ ਸਮਾਂ ਹੋ ਗਿਆ, ਮੰਨ ਲਓ ਵੀ 2-2:30 ਵੱਜ ਗਿਆ, 3 ਵੱਜ ਗਏ ਹੋਣਗੇ ਜਦੋਂ ਤੜਕੇ ਦਾ ਸਮਾਂ ਹੋਇਆ ਹੈ। ਘਰ ਕੁਲਾਲ ਕੇ ਆਇਓ ਤਬੈ। ਇਹ ਜਿਹੜੇ ਘੁਮਿਆਰ ਦਾ ਇਹ ਗਧਾ ਸੀ ਨਾ, ਗਧੇ ਨੂੰ ਚੇਤਾ ਆ ਗਿਆ ਵੀ ਮੈਨੂੰ ਤੇ 2 ਦਿਨ ਹੋ ਗਏ ਜੰਗਲ ਵਿੱਚ ਫਿਰਦਿਆਂ, ਮੇਰਾ ਤੇ ਮਾਲਕ ਦਾ ਘਰ ਇਹਨੂੰ ਚੇਤਾ ਆ ਗਿਆ ਵੀ ਮੈਂ ਆਪਣੇ ਮਾਲਕ ਦੇ ਘਰ ਵਿੱਚ ਜਾਵਾਂ। ਹੁਣ ਹੈ ਗਧਾ ਖੱਲ ਸ਼ੇਰ ਦੀ ਪਾਈ ਹੈ। 2-3 ਦਿਨ ਖੇਤਾਂ ਨੂੰ ਚਰਨ ਤੋਂ ਮਗਰੋਂ ਚੰਗੀ ਤਰ੍ਹਾਂ ਰੱਜ ਕੇ ਅੱਜ ਤੜਕੇ ਆਪਣੇ ਮਾਲਕ ਦੇ ਘਰੇ ਆ ਗਿਆ। ਘੁਮਿਆਰ ਜੀ ਦਾ ਗਧਾ ਸੀ ਨਾ, ਘੁਮਿਆਰ ਦਾ, ਉਹਦੇ ਘਰ ਵਿੱਚ ਆਇਆ ਹੈ। ਦਵਾਰ ਅਗਾਰੀ ਠਾਂਡੋ ਹੋਏ। ਹੁਣ ਗਧਾ ਉਸ ਘੁਮਿਆਰ ਦੇ ਦਰਵਾਜ਼ੇ ਦੇ ਸਾਹਮਣੇ ਖੜ ਗਿਆ ਆ ਕੇ।
ਗਧਾ ਤੇ ਆਪਣੇ ਹਿਸਾਬ ਨਾਲ ਠੀਕ ਆਇਆ ਵੀ ਇਹ ਮੇਰਾ ਮਾਲਕ ਹੈ ਤੇ ਮੈਂ ਰੋਜ਼ ਇਸ ਦਰਵਾਜ਼ੇ ਵਿੱਚੋਂ ਆਉਂਦਾ, ਪਰ ਇਹ ਨਹੀਂ ਨਾ ਪਤਾ ਵੀ ਖੱਲ ਮੇਰੇ ਉੱਤੇ ਸ਼ੇਰ ਦੀ ਪਾਈ ਹੋਈ ਹੈ। ਮੈਂ ਤੇ ਅੱਜ ਸ਼ੇਰ ਜਾਪਦਾ ਪਿਆ। ਘੁਮਿਆਰ ਦੇ ਦਰਵਾਜ਼ੇ ਦੇ ਸਾਹਮਣੇ ਆ ਕੇ ਖੜ ਗਿਆ ਹੈ। ਰਾਤ ਹੋਤ ਲੋ ਸਥਿਰ ਤੇ ਸੋਏ। ਕਹਿਣ ਲੱਗੇ ਵੀ ਦਿਨ ਚੜ੍ਹਨ ਤੱਕ, ਜਿੰਨਾ ਚਿਰ 5-6 ਦਾ ਟਾਈਮ ਨਹੀਂ ਨਾ ਹੋਇਆ, ਚਾਨਣ ਨਹੀਂ ਹੋਇਆ, ਉਹਨਾਂ ਚਿਰ ਗਧਾ ਦਰਵਾਜ਼ੇ ਦੇ ਸਾਹਮਣੇ ਖਲੋਤਾ ਰਿਹਾ ਵੀ ਇਹ ਦਰਵਾਜ਼ਾ ਖੋਲ੍ਹੇਗਾ ਮੇਰਾ ਮਾਲਕ ਤੇ ਮੈਂ ਘਰੇ ਜਾਵਾਂਗਾ। ਸਵੇਰ ਹੋਣ ਤੱਕ ਉਹ ਗਧਾ ਦਰਵਾਜ਼ੇ ਦੇ ਸਾਹਮਣੇ ਖਲੋਤਾ ਹੈ। ਜਬ ਕੁਲਾਲ ਨੇ ਦਵਾਰ ਉਘਾਰਾ। ਜਦੋਂ ਦਿਨ ਚੜ੍ਹਿਆ ਨਾ ਤੇ ਘੁਮਿਆਰ ਉੱਠਿਆ ਆਪਣੇ ਮੰਜੇ ਤੋਂ। ਹੁਣ ਉਹਨੇ ਕੋਈ ਕੰਮਕਾਰ ਕਰਨਾ, ਦਰਵਾਜ਼ਾ ਤੇ ਖੋਲ੍ਹਣਾ ਪਵੇਗਾ। ਜਦੋਂ ਘੁਮਿਆਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ, ਦਰਵਾਜ਼ੇ ਨੂੰ ਹੱਥ ਪਾਇਆ ਤੇ ਦਰਵਾਜ਼ਾ ਖੋਲ੍ਹ ਕੇ ਜਦੋਂ ਸਾਹਮਣੇ ਦੇਖਿਆ ਹੈ, ਖਰੋ ਕਹਿਰੀ ਭੀਮ ਨਿਹਾਰਾ। ਉਸ ਵੇਲੇ ਇਸ ਘੁਮਿਆਰ ਨੇ ਵੇਖਿਆ ਵੀ ਸਾਹਮਣੇ ਤੇ ਬੜਾ ਭਿਆਨਕ ਸ਼ੇਰ ਖਲੋਤਾ। ਘੁਮਿਆਰ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਵੀ ਮੇਰੇ ਘਰ ਦੇ ਸਾਹਮਣੇ ਸ਼ੇਰ ਆ ਗਿਆ। ਆਪਣੇ ਘਰ ਦੇ ਸਾਹਮਣੇ ਗਧੇ ਨੂੰ ਸ਼ੇਰ ਦੀ ਖੱਲ ਵਿੱਚ ਵੇਖ ਕੇ ਘੁਮਿਆਰ ਡਰ ਗਿਆ। ਇੰਨਾ ਭਿਆਨਕ ਸ਼ੇਰ ਮੇਰੇ ਦਰਵਾਜ਼ੇ ਤੇ ਖੜਾ ਹੈ। ਬਹੁਰ ਭੇਰ ਘਰ ਹਿਰਨ ਲੱਗਾ। ਕਹਿਣ ਲੱਗੇ ਵੀ ਉਸ ਵੇਲੇ ਛੇਤੀ ਨਾਲ ਇਹਨੇ ਦਰਵਾਜ਼ਾ ਬੰਦ ਕਰ ਲਿਆ ਘੁਮਿਆਰ ਨੇ ਵੀ ਕਿਤੇ ਅੰਦਰ ਨਾ ਆ ਜਾਵੇ। ਦਰਵਾਜ਼ਾ ਬੰਦ ਕਰਕੇ ਤੇ ਦਰਵਾਜ਼ੇ ਦੀਆਂ ਮੋਰੀਆਂ ਵਿੱਚੋਂ ਵੇਖਣ ਲੱਗ ਪਿਆ ਵੀ ਇਹ ਸ਼ੇਰ ਮੇਰੇ ਦਰਵਾਜ਼ੇ ਤੇ ਖਲੋਤਾ, ਹਿੱਲਦਾ ਹੀ ਨਹੀਂ ਪਿਆ। ਉਹਦਾ ਨਿਰਣਾ ਕਰਨ ਵਾਸਤੇ ਵੀ ਇਹ ਗੱਲ ਕੀ ਹੋਈ ਹੈ, ਬੜਾ ਹੈਰਾਨ ਹੋਇਆ ਘੁਮਿਆਰ। ਆਪਣੇ ਕਦੇ ਕੰਧ ਦੇ ਉੱਪਰ ਦੇ, ਕਦੇ ਦਰਵਾਜ਼ੇ ਦੀਆਂ ਮੋਰੀਆਂ ਦੇ ਵਿੱਚੋਂ ਦੀ ਉਸ ਗਧੇ ਵੱਲ ਜਾਂ ਸ਼ੇਰ ਵੱਲ ਵੇਖਦਾ ਹੈ। ਹਲੇ ਨਾ ਚੱਲੇ ਨਾ ਇਤ ਉਤ ਆਗਾ। ਇਹ ਜਿਹੜਾ ਗਧਾ ਹੈ ਨਾ, ਮਾਲਕ ਦਾ ਬੜਾ ਵਫਾਦਾਰ ਹੈ। ਦਰਵਾਜ਼ੇ ਦੇ ਸਾਹਮਣੇ ਖਲੋਤਾ ਰਿਹਾ, ਨਾ ਉਹ ਸੱਜੇ ਗਿਆ, ਨਾ ਖੱਬੇ ਗਿਆ, ਨਾ ਅੱਗੇ ਨਾ ਪਿੱਛੇ, ਨਾ ਗੁਆਂਢੀਆਂ ਦੇ ਘਰ ਨੂੰ ਗਿਆ, ਆਪਣੇ ਮਾਲਕ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖਲੋਤਾ ਰਿਹਾ। ਘੁਮਿਆਰ ਵੇਖਦਾ ਪਿਆ ਵੀ ਇਹ ਸ਼ੇਰ ਦਾ ਲੱਗਦਾ ਮੇਰੇ ਨਾਲ ਵੈਰ ਪੈ ਗਿਆ, ਇਹ ਤੇ ਮੇਰੇ ਦਰਵਾਜ਼ੇ ਦੇ ਸਾਹਮਣੇ ਖਲੋਤਾ ਹੈ। ਰੂਪ ਸ਼ੇਰ ਕੋ ਕਰਨੀ ਨਾ ਹੈ ਨਾ। ਪਰ ਉਹਨੇ ਵੇਖ ਲਿਆ ਵੀ ਰੂਪ ਤੇ ਸ਼ੇਰ ਵਾਲਾ, ਪਰ ਕੰਮ ਸ਼ੇਰਾਂ ਵਾਲੇ ਨਹੀਂ, ਕਿਉਂਕਿ ਸ਼ੇਰ ਇੱਕ ਜਗ੍ਹਾ ਤੇ ਨਹੀਂ ਨਾ ਟਿਕਦਾ ਬਹੁਤਾ ਸਮਾਂ। ਤੇ ਸ਼ੇਰ ਫਿਰ ਉਬਾਸੀ ਵੀ ਲੈਂਦਾ, ਸ਼ੇਰ ਦਹਾੜਦਾ ਵੀ ਹੈ। ਸ਼ੇਰ ਦੇ ਪੰਜੇ ਨਿਉਂਦਰਾਂ ਵੀ ਤਿੱਖੀਆਂ ਨੇ। ਸ਼ੇਰ ਦੀ ਕਰਨੀ ਕਥਨੀ ਕੁਝ ਹੋਰ ਹੈ, ਗਧੇ ਦੀ ਕਰਨੀ ਕਥਨੀ ਕੁਝ ਹੋਰ ਹੈ। ਘੁਮਿਆਰ ਨੇ ਲੋਕੇ ਵੇਖਿਆ ਵੀ ਲੱਗਦਾ ਸ਼ੇਰ ਹੈ, ਪਰ ਕੰਮ ਸ਼ੇਰਾਂ ਵਾਲੇ ਇਹਦੇ ਹੈ ਕੋਈ ਨਹੀਂ। ਉਸਨੇ ਲੋਕੇ ਦੇਖਿਆ ਹੈ। ਇਮ ਕਬ ਖਰੋ ਹੋਤ ਡਰ ਜਾਹੇ ਨਾ। ਮਨ ਦੇ ਵਿੱਚ ਸੋਚਦਾ ਹੈ ਵੀ ਸ਼ੇਰ ਕਦੇ ਇਸ ਤਰ੍ਹਾਂ ਖਲੋਂਦਾ ਤੇ ਨਹੀਂ ਜਿਵੇਂ ਇਹ ਖਲੋਤਾ ਆਗਿਆਕਾਰੀ ਬਣ ਕੇ ਧੌਣ ਨੀਵੀਂ ਕਰਕੇ। ਪਰ ਡਰ ਹੈ ਵੀ ਜੇ ਸੱਚੀ ਮੁੱਚੀ ਸ਼ੇਰ ਹੋਇਆ, ਮੈਂ ਨੇੜੇ ਗਿਆ ਤੇ ਇਹਨੇ ਮੈਨੂੰ ਖਾ ਜਾਣਾ। ਡਰਦਾ ਉਹਦੇ ਕੋਲ ਨਹੀਂ ਜਾਂਦਾ ਘੁਮਿਆਰ, ਪਰ ਉਹਦੀਆਂ ਕਰਤੂਤਾਂ ਜਿਹੜੀਆਂ ਗਧੇ ਦੀਆਂ, ਉਹ ਗਧੇ ਵਾਲੀਆਂ ਨੇ, ਸ਼ੇਰ ਵਾਲੀਆਂ ਨਹੀਂ। ਮਨ ਵਿੱਚ ਹੈਰਾਨੀ ਹੁੰਦੀ ਹੈ ਵੀ ਲੱਛਣ ਇਹਦੇ ਸ਼ੇਰਾਂ ਵਾਲੇ ਨਹੀਂ ਹਨ। ਸਨੇ ਸਨੇ ਨੀਕਾ ਜਬ ਹੈਗਾ। ਕਹਿਣ ਲੱਗੇ ਵੀ ਇੰਨੇ ਚਿਰ ਨੂੰ ਗੁਰਮੁਖੋ ਦਿਨ ਚੜ੍ਹਦਾ ਗਿਆ, ਜਿਵੇਂ ਜਿਵੇਂ ਚਾਨਣ ਹੁੰਦਾ ਗਿਆ ਨਾ, ਤੇ ਘੁਮਿਆਰ ਵੀ ਦਰਵਾਜ਼ੇ ਦੇ ਨਾਲ ਲੱਗਾ ਮੋਰੀ ਦੇ ਵਿੱਚੋਂ ਵੇਖਦਾ ਰਿਹਾ ਵੀ ਬਣਦਾ ਕੀ ਪਿਆ। ਹੌਲੀ ਹੌਲੀ ਕਰਦਿਆਂ ਚਾਨਣ ਹੋ ਗਿਆ ਤੇ ਵਾਰ-ਵਾਰ ਵੇਖਦਿਆਂ ਤੇ ਫਿਰ ਘੁਮਿਆਰ ਨੂੰ ਉਸ ਵੇਲੇ ਸਮਝ ਆਈ ਹੈ, ਇਹ ਤੋਂ ਕਹਿਰ ਨਹੀਂ ਵਡੇਰਾ। ਉਸਨੇ ਜਾਣ ਲਿਆ ਵੀ ਸ਼ੇਰ ਤੇ ਨਹੀਂ ਹੋ ਸਕਦਾ। ਇਹ ਤੇ ਮੈਨੂੰ ਪੱਕਾ ਹੋ ਗਿਆ ਇਸ ਵੇਲੇ ਵੀ ਇਹ ਸ਼ੇਰ ਨਹੀਂ ਹੋ ਸਕਦਾ। ਇਹਦੇ ਲੱਛਣ ਸ਼ੇਰਾਂ ਵਾਲੇ ਨੇ, ਇਹਦੇ ਪੈਰ ਉਹੋ ਜਿਹਾ ਨਹੀਂ, ਇਹਦੀ ਤੋਰ ਉਹੋ ਜਿਹੀ ਨਹੀਂ, ਇਹਦਾ ਬੋਲਬਾਲਾ ਉਹੋ ਜਿਹਾ ਨਹੀਂ, ਇਹਦੀ ਖੜਨ ਵਾਲਾ ਤਰੀਕਾ ਉਹੋ ਜਿਹਾ ਨਹੀਂ। ਘੁਮਿਆਰ ਨੇ ਨਿਰਣਾ ਕਰ ਲਿਆ ਵੀ ਇਹ ਸ਼ੇਰ ਤੇ ਨਹੀਂ ਹੋ ਸਕਦਾ ਹੈ। ਨੇਰੇ ਜਾਏ ਲੀਨ ਗਹਿਤਾ। ਹੌਲੀ ਹੌਲੀ ਉਹਨੇ ਇੱਕ ਸੋਟਾ ਫੜਿਆ, ਹਿੰਮਤ ਕੀਤੀ, ਦਰਵਾਜ਼ਾ ਖੋਲ੍ਹਿਆ ਤੇ ਕੋਲ ਚਲਾ ਗਿਆ ਵੀ ਵੇਖਾਂ ਤੇ ਸਹੀ ਵੀ ਇਹ ਕੀ ਬਲਾ ਮੇਰੇ ਸਾਹਮਣੇ ਆ ਗਈ ਹੈ। ਹੌਲੀ ਹੌਲੀ ਬੜੀ ਸਾਵਧਾਨੀ ਦੇ ਨਾਲ ਤੁਰਦਿਆਂ ਹੋਇਆਂ ਹੱਥ ਵਿੱਚ ਸੋਟਾ ਫੜ ਕੇ ਕਹਿਣ ਲੱਗੇ ਘੁਮਿਆਰ ਇਹਦੇ ਕੋਲ ਪਹੁੰਚ ਗਿਆ ਹੈ। ਹਤੀ ਲਸ਼ਟਕਾ ਪ੍ਰਿਸ਼ਟੀ ਮਾਹੀ। ਤੇ ਕਹਿਣ ਲੱਗੇ ਮੌਕਾ ਵੇਖ ਕੇ ਨਾ, ਜਿਹੜਾ ਹੱਥ ਵਿੱਚ ਸੋਟਾ ਫੜਿਆ ਸੀ, ਉਹਨੇ ਦੋਵਾਂ ਹੱਥਾਂ ਨਾਲ ਜੋੜ ਕੇ ਇਹਦੀ ਕੰਡ ਵਿੱਚ ਮਾਰਿਆ, ਠਾ ਕਰਦਾ ਇੱਕੇ ਵਾਰੀ। ਸਮਝ ਉਹਨੂੰ ਪੈ ਗਈ ਵੀ ਇਹ ਸ਼ੇਰ ਨਹੀਂ ਹੈ, ਸ਼ੇਰ ਦੇ ਰੂਪ ਦੇ ਵਿੱਚ ਕੁਝ ਹੋਰ ਹੈ। ਹੱਥ ਵਿੱਚ ਸੋਟਾ ਫੜਿਆ ਤੇ ਸੋਟਾ ਜਾ ਕੇ ਉਸਨੇ ਖੋਤੇ ਦੇ ਗਧੇ ਦੇ ਪਿੱਠ ਦੇ ਵਿੱਚ ਮਾਰਿਆ ਹੈ। ਪੀੜ ਪਲਾਨ ਬਕੰਬਰ ਲਾਹਿਓ। ਕਹਿਣ ਲੱਗੇ ਜਦੋਂ ਇਹਦੇ ਪੀੜ ਹੋਈ ਨਾ, ਤੇ ਪੀੜ ਹੋਣ ਦੇ ਨਾਲ ਖੋਤੇ ਦਾ ਪਾ ਲਿਆ। ਖੋਤਾ ਜਿਹੜਾ ਸੀ ਉਹ ਸ਼ੇਰ ਦੀ ਖੱਲ ਜਿਹੜੀ ਪਾ ਕੇ ਖਲੋਤਾ ਸੀ, ਸ਼ੇਰ ਬਣ ਕੇ ਖਲੋਤਾ ਹੈ। ਗੂਣ ਲਾਦ ਕਿਤ ਜਾਵਨ ਚਾਹਿਓ। ਤੇ ਕਹਿਣ ਲੱਗੇ ਵੀ ਉਸ ਵੇਲੇ ਉਹਨੇ ਉਹ ਲਾ ਲਈ, ਖੱਲ ਲਾ ਲਈ। ਪਤਾ ਲੱਗ ਗਿਆ ਵੀ ਇਹ ਥੱਲੇ ਤੇ ਗਧਾ, ਉੱਤੇ ਹੀ ਇਹਦੇ ਸ਼ੇਰ ਦੀ ਖੱਲ ਪਾਈ ਹੈ।
ਉਸ ਘੁਮਿਆਰ ਨੇ ਖੱਲ ਤੇ ਲਾ ਦਿੱਤੀ ਤੇ ਕਹਿਣ ਲੱਗੇ ਵੀ ਇਹਦੇ ਉੱਤੇ ਉਹਨੇ ਇੱਕ ਭਰ ਕੇ ਕੋਈ ਵਸਤੂ, ਜਿੱਥੇ ਕਿਤੇ ਜਾਣਾ ਸੀ ਨਾ, ਘੁਮਿਆਰ ਨੇ ਆਪਣਾ ਸਮਾਨ ਲੱਦ ਕੇ ਉਹ ਸਮਾਨ ਇਹਦੇ ਉੱਪਰ ਲੱਦ ਦਿੱਤਾ ਹੈ। ਸਭ ਪੁਰ ਮੈਂ ਭਾ ਬਿਦਤ ਪ੍ਰਸੰਗ। ਕਹਿਣ ਲੱਗੇ ਵੀ ਇਹ ਪ੍ਰਸੰਗ, ਇਹ ਗੱਲਬਾਤ ਸਾਰਿਆਂ ਨੂੰ ਪਤਾ ਲੱਗ ਗਈ, ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਖਬਰ ਫੈਲ ਗਈ ਹੈ। ਕਿਨਹੂ ਜਾਏ ਕਹਿਓ ਗੁਰ ਸੰਗ। ਕਿਸੇ ਨੇ ਜਾ ਕੇ ਨਾ ਮਹਾਰਾਜ ਨੂੰ ਦੱਸਿਆ, ਕਹਿਣ ਲੱਗਾ ਸਤਿਗੁਰੂ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਇੱਕ ਗੱਲ ਹੋਈ ਹੈ। ਮਹਾਰਾਜ ਨੇ ਪੁੱਛਿਆ ਵੀ ਕੀ ਗੱਲ ਹੋਈ ਹੈ। ਉਸ ਵੇਲੇ ਦੱਸਣ ਲੱਗੇ ਹਨ, ਕਹਿਤ ਹੁਤੇ ਨਰ ਜਿਸਕੋ ਸ਼ੇਰ। ਮਹਾਰਾਜ ਅਸੀਂ ਸਾਰੇ ਪਿੰਡ ਵਾਲੇ ਕਹਿੰਦੇ ਸੀ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਰੋਜ਼ ਫਸਲਾਂ ਵਿੱਚ ਤੁਰਿਆ ਫਿਰਦਾ ਸੀ, ਦੇਖਦੇ ਸੀ ਵੀ ਸ਼ੇਰ ਆਇਆ ਹੈ। ਗਇਓ ਸੋ ਖਰ ਕੁਲਾਲ ਨਾ ਹੇਰ। ਪਰ ਮਹਾਰਾਜ ਉਹ ਤੇ ਖੋਤਾ ਨਿਕਲਿਆ ਤੇ ਫਲਾਣੇ ਘੁਮਿਆਰ ਦਾ ਖੋਤਾ ਸੀ, ਉਹਦੇ ਦਰਵਾਜ਼ੇ ਸਾਹਮਣੇ ਆ ਕੇ ਉਹ ਖੜਾ ਹੋ ਗਿਆ। ਤੋ ਉਸ ਘੁਮਿਆਰ ਨੇ ਪਛਾਣ ਲਿਆ ਵੀ ਇਹ ਤੇ ਖੋਤਾ ਮੇਰਾ ਹੈ। ਅਸੀਂ ਉਹਨੂੰ ਸ਼ੇਰ ਸਮਝਦੇ ਰਹੇ, ਪਰ ਉਹ ਤੇ ਗਧਾ ਨਿਕਲਿਆ ਹੈ। ਲਦੈ ਗੁਣ ਮਿਰਗ ਛਾਲ ਉਤਾਰੀ। ਤੇ ਕਹਿਣ ਲੱਗੇ ਵੀ ਉਹਦੇ ਉੱਪਰ ਫਿਰ ਉਹਨੇ ਭਰ ਕੇ ਸਮਾਨ ਲੱਦਿਆ ਤੇ ਜਿਹੜੀ ਖੱਲ ਪਾਈ ਸੀ ਨਾ ਸ਼ੇਰ ਦੀ, ਉਹ ਉਹਦੇ ਉੱਪਰੋਂ ਉਤਾਰ ਦਿੱਤੀ ਹੈ। ਡਰੇ ਲੋਕ ਕਾ ਕੋਤਕ ਭਾਰੀ। ਕਹਿਣ ਲੱਗੇ ਵੀ ਲੋਕ ਡਰ ਬੜੇ ਗਏ ਸਨ ਵੀ ਸੱਚੀ ਮੁੱਚੀ ਦਾ ਸ਼ੇਰ ਹੈ। ਜਿੰਨਾ ਚਿਰ ਉਹਨੇ ਖੱਲ ਸ਼ੇਰ ਦੀ ਪਾਈ ਰੱਖੀ, ਲੋਕੀ ਡਰਦੇ ਰਹੇ। ਪਰ ਜਦੋਂ ਘੁਮਿਆਰ ਨੂੰ ਪਤਾ ਲੱਗ ਗਿਆ ਵੀ ਇਹ ਤੇ ਮੇਰਾ ਗਧਾ ਹੈ, ਉਹਨੇ ਖੱਲ ਲਾ ਦਿੱਤੀ ਤੇ ਲੋਕੀ ਡਰਨੋਂ ਹਟ ਗਏ। ਇਹ ਹੈਰਾਨ ਕਰਨ ਵਾਲਾ ਕੰਮ ਅਨੰਦਪੁਰ ਸਾਹਿਬ ਦੇ ਵਿੱਚ ਵਾਪਰਿਆ ਹੈ। ਤਬ ਸਤਿਗੁਰ ਸਭ ਹੂਨ ਸੁਨਾਇਓ। ਉਸ ਵੇਲੇ ਸਤਿਗੁਰਾਂ ਨੇ ਫਿਰ ਸਮਝਾਇਆ, ਕਹਿਣ ਲੱਗੇ ਭਾਈ ਇਹਦੇ ਵਿੱਚ ਤੁਹਾਨੂੰ ਅਸੀਂ ਇੱਕ ਉਪਦੇਸ਼ ਦਿੱਤਾ, ਉਹ ਤੁਹਾਨੂੰ ਅਸੀਂ ਸਮਝਾਉਂਦੇ ਹਾਂ। ਇਹੋ ਦ੍ਰਿਸ਼ਟਾਂਤ ਤੁਮੈ ਦਿਖਰਾਇਓ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਵਿਖਾਇਆ ਹੈ ਕਰਕੇ। ਇਹ ਗਧਾ ਵੀ ਅਸੀਂ ਲਿਆਂਦਾ, ਇਹ ਸ਼ੇਰ ਦੀ ਖੱਲ ਵੀ ਅਸੀਂ ਲਿਆਂਦੀ ਹੈ, ਇੱਥੇ ਪਾਈ ਵੀ ਅਸੀਂ ਹੈ। ਇਹ ਜੋ ਕੋਈ 2-3 ਦਿਨ ਹੁੰਦਾ ਰਿਹਾ ਨਾ, ਇਹ ਸਭ ਕੁਝ ਸਾਡੇ ਜਾਣਕਾਰੀ ਦੇ ਵਿੱਚ ਹੈ ਵੀ ਸਾਡੀ ਇਹ ਸਾਰੀ ਕੁਝ ਜਾਣਕਾਰੀ ਵਿੱਚ ਕੰਮ ਹੋਇਆ ਹੈ। ਜਾਤ ਪਾਤ ਮਹਿ ਰਾਸ਼ਬ ਜੈਸੇ। ਕਹਿਣ ਲੱਗੇ ਮਹਾਰਾਜ ਨੇ ਸਮਝਾਇਆ, ਕਹਿਣ ਲੱਗੇ ਜਾਤੀ ਦੇ ਵਿੱਚ ਔਰ ਆਪਣੀ ਪੰਕਤੀ ਦੇ ਵਿੱਚ ਗਧੇ ਜਿਸ ਤਰ੍ਹਾਂ ਦੇ ਹੁੰਦੇ ਹਨ, ਬਸੀ ਕੁਲਾਲ ਲਾਜ ਮਹਿ ਤੈਸੇ। ਕਹਿਣ ਲੱਗੇ ਵੀ ਉਹ ਆਪਣੇ ਘੁਮਿਆਰ ਦੇ ਵੱਸ ਵਿੱਚ ਹੁੰਦੇ ਨੇ ਗਧੇ। ਗਧਾ ਇੱਕ ਹੋਵੇ ਜਾਂ 2 ਹੋਵੇ, ਉਹ ਆਪਣੇ ਮਾਲਕ ਦੇ ਕਹਿਣੇ ਵਿੱਚ ਹੀ ਰਹਿੰਦਾ। ਕਦੇ ਘੁਮਿਆਰ ਦੇ ਕਹਿਣੇ ਤੋਂ ਬਾਹਰ ਗਧਾ ਨਹੀਂ ਜਾਂਦਾ। ਜੇ ਸਮਾਨ ਲੱਦ ਕੇ ਉਹਨੇ ਤੋੜ ਦਿੱਤਾ ਤੇ ਉਹਨੇ ਤੁਰੇ ਹੀ ਜਾਣਾ, ਜਿੱਧਰ ਨੂੰ ਉਹਨੇ ਫੜਿਆ ਮਾਲਕ ਨੇ ਉਧਰ ਨੂੰ ਤੁਰੇ ਜਾਣਾ ਹੈ। ਸਮਝਾਉਂਦੇ ਪਏ, ਕਹਿਣ ਲੱਗੇ ਵੀ ਭਾਈ ਜਿਹੜਾ ਗਧਾ ਹੈ ਨਾ ਗੁਰਮੁਖੋ, ਕਹਿਣ ਲੱਗੇ ਇਹ ਘੁਮਾਰ ਦੀ ਲੱਜਾ ਦੇ ਵੱਸ ਹੁੰਦੇ ਨੇ। ਜਿੱਧਰ ਨੂੰ ਘੁਮਿਆਰ ਤੁਰਦਾ ਉਧਰ ਨੂੰ ਤੁਰਦੇ ਹਨ। ਤਿਸ ਤੇ ਸਤਿਗੁਰ ਲਏ ਨਿਕਾਸ। ਤੇ ਸਤਿਗੁਰਾਂ ਨੇ ਉਹਦੇ ਵਿੱਚੋਂ ਤੁਹਾਨੂੰ ਕੱਢਿਆ ਹੈ, ਜਾਤ ਰੂਪੀ ਗਧੇ ਦੇ ਵਿੱਚੋਂ ਤੁਹਾਨੂੰ ਕੱਢ ਲਿਆ ਹੈ। ਜਿਵੇਂ ਗਧਾ ਕੇਵਲ ਘੁਮਿਆਰ ਦਾ ਹੀ ਵਫਾਦਾਰ ਹੈ, ਉਹਦੇ ਆਖੇ ਲਾ ਕੇ ਚੱਲਦਾ, ਉਹਦੇ ਕਹਿਣੇ ਤੋਂ ਬਾਹਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੀ ਜਾਤੀ ਹੈ ਨਾ, ਜਾਤ ਦਾ ਹੰਕਾਰ ਵੀ ਮੇਰੀ ਫਲਾਣੀ ਜਾਤ ਹੈ, ਮੈਂ ਤੇ ਆਪਣੀ ਜਾਤ ਵਾਲਿਆਂ ਦੀ ਪੰਗਤ ਵਿੱਚ ਹੀ ਬੈਠਾਂਗਾ, ਮੈਂ ਤੇ ਆਪਣੇ ਜਾਤ ਵਾਲਿਆਂ ਨਾਲ ਹੀ ਵਰਤਾਂਗਾ, ਮੈਂ ਤੇ ਆਪਣੇ ਜਾਤ ਵਾਲਿਆਂ ਨਾਲ ਹੀ ਬੈਠ ਕੇ ਖਾਵਾਂਗਾ। ਇਹ ਜਿਹੜੀ ਜਾਤ ਵਾਲਿਆਂ ਨਾਲ ਬੈਠ ਕੇ ਖਾਣਾ ਜਾਂ ਵਰਤਣਾ, ਮਹਾਰਾਜ ਕਹਿਣ ਲੱਗੇ ਤੇ ਘੁਮਿਆਰ ਦੇ ਖੋਤੇ ਵਾਲੀ ਗੱਲ ਹੈ। ਬਖਸ਼ੇ ਸਕਲ ਪਦਾਰਥ ਪਾਸ। ਸਤਿਗੁਰਾਂ ਨੇ ਕੱਢ ਲਿਆ ਉਸ ਜਾਤੀ ਦੇ ਹੰਕਾਰ ਵਿੱਚੋਂ, ਮਹਾਰਾਜ ਨੇ ਕੱਢ ਕੇ ਤੇ ਸਾਰੇ ਪਦਾਰਥ ਜਿਹੜੇ ਨੇ ਉਹ ਬਖਸ਼ ਦਿੱਤੇ ਹਨ। ਸ਼੍ਰੀ ਅਸ ਤੁਝ ਕੋ ਦੇ ਕਰ ਬਾਣਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਖਾਲਸਾ ਜੀ ਜਿਹੜਾ ਤੁਹਾਨੂੰ 5 ਕਕਾਰਾਂ ਦਾ ਸੀ ਬਾਣਾ ਬਖਸ਼ਿਆ ਹੈ ਨਾ, ਇਹ ਪਰਮੇਸ਼ਰ ਦਾ ਬਾਣਾ ਤੁਹਾਨੂੰ ਦਿੱਤਾ। ਸ੍ਰੀ ਅਸ ਤੁਝ, ਸ਼੍ਰੀ ਤੋਂ ਭਾਵ ਸ਼੍ਰੋਮਣੀ, ਜੋ ਸ਼੍ਰੋਮਣੀ ਪਰਮਾਤਮਾ ਹੈ ਉਹ ਸ਼ਸਤਰਧਾਰੀ ਹੈ। ਇਹ 10ਵੇਂ ਪਾਤਸ਼ਾਹ ਨੇ ਲਿਖਿਆ, ਪਰਮਾਤਮਾ ਸ਼ਸਤਰਧਾਰੀ ਹੈ, ਸ਼੍ਰੋਮਣੀ ਹੈ। ਤੇ ਜੋ ਪਰਮਾਤਮਾ ਦਾ ਬਾਣਾ ਹੈ ਉਹ ਖਾਲਸਾ ਜੀ ਅਸੀਂ ਤੁਹਾਨੂੰ ਦਿੱਤਾ ਹੈ। ਸ੍ਰੀ ਅਸ ਤੁਝ, ਜੋ ਪਰਮਾਤਮਾ ਹੈ ਨਾ, ਉਹਦਾ ਜਿਹੜਾ ਬਾਣਾ ਹੈ 5 ਕਕਾਰ, ਉਹ ਖਾਲਸਾ ਜੀ ਅਸੀਂ ਤੁਹਾਨੂੰ ਬਖਸ਼ੇ ਹਨ। ਸਭ ਤੇ ਉੱਚੇ ਕਰੇ ਸੁਤਾਣਾ। ਤੁਹਾਨੂੰ ਸਾਰਿਆਂ ਤੋਂ ਉੱਚੇ ਕਰ ਦਿੱਤਾ। ਜਿਵੇਂ ਸ਼ੇਰ ਦੀ ਖੱਲ ਨੇ ਗਧੇ ਨੂੰ ਉੱਚਾ ਕਰ ਦਿੱਤਾ ਨਾ, ਗਧੇ ਤੋਂ ਲੋਕ ਡਰਦੇ ਰਹੇ। ਇਹ ਜਿਹੜੇ ਲੋਕ ਜਾਤਾਂ ਪਾਤਾਂ ਵਿੱਚ ਪਏ ਨੇ, ਗਧੇ ਨੇ। ਪਰ ਅਸੀਂ ਜਿਹੜਾ ਜਾਤਾਂ ਪਾਤਾਂ ਨੂੰ ਪਰੇ ਕਰਕੇ ਜਿਹੜਾ ਬਾਣਾ ਬਖਸ਼ਿਆ ਨਾ, 5 ਕਕਾਰ ਬਖਸ਼ੇ, ਇਹ ਮਹਾਰਾਜ ਕਹਿਣ ਲੱਗੇ ਤੁਹਾਨੂੰ ਸ਼ੇਰ ਦੀ ਵਰਦੀ ਪਵਾਈ ਹੈ। ਇਹਦੇ ਨਾਲ ਤੁਹਾਡੇ ਤੋਂ ਲੋਕ ਡਰਿਆ ਕਰਨਗੇ, ਇਹਦੇ ਨਾਲ ਲੋਕ ਤੁਹਾਡਾ ਸਤਿਕਾਰ ਕਰਿਆ ਕਰਨਗੇ, ਇਹਦੇ ਨਾਲ ਤੁਹਾਡੀ ਮਹਿਮਾ ਵਧੇਗੀ,
ਇਹ ਐਸਾ ਤੁਹਾਨੂੰ ਅਸੀਂ ਬਾਣਾ ਬਖਸ਼ਿਆ ਹੈ। ਹਲਤ ਵਿਖੇ ਸੁਭ ਭੋਗ ਵਿਸਾਲੇ। ਐਸ ਲੋਕ ਦੇ ਵਿੱਚ ਵੀ ਜੇ ਪੰਜਾਂ ਕਕਾਰਾਂ ਦੇ ਧਾਰਨੀ ਰਹੋਗੇ ਨਾ, ਕਦੇ ਪਦਾਰਥਾਂ ਦੀ ਕੋਈ ਕਮੀ ਨਹੀਂ ਆਵੇਗੀ। ਜਿਹੜੇ ਸਿੱਖ ਦੇ ਕੋਲ ਗੁਰਮੁਖੋ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਹੈ ਨਾ, ਉਹਨੂੰ ਕਦੇ ਪਦਾਰਥ ਦਾ ਘਾਟਾ ਨਹੀਂ ਆਉਂਦਾ। ਜਪਜੀ ਸਾਹਿਬ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ੀ ਹੈ, ਤੇ ਜਿਸ ਘਰ ਦੇ ਵਿੱਚ ਰੋਜ਼ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ, ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਨਿਵਾਸ ਹੈ। ਤੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਵਿਰਾਜਣਗੇ ਉੱਥੇ ਕਦੇ ਘਾਟਾ ਤੇ ਨਹੀਂ ਨਾ ਹੋ ਸਕਦਾ। ਇਹ ਤੁਹਾਨੂੰ ਪੰਜ ਕਕਾਰ ਤੇ ਬਾਣੀ ਬਖਸ਼ੀ ਹੈ। ਇਸ ਲੋਕ ਦੇ ਵਿੱਚ ਤੁਹਾਨੂੰ ਕਦੇ ਘਾਟਾ ਨਹੀਂ ਆਵੇਗਾ ਪਦਾਰਥਾਂ ਦਾ, ਵਸਤੂਆਂ ਦਾ। ਬੇਅੰਤ ਵਸਤੂਆਂ ਤੇ ਭੰਡਾਰੇ ਤੁਹਾਡੇ ਕੋਲ ਰਹਿਣਗੇ। ਉੱਤਮ ਪਦ ਮੈਂ ਤਬ ਪਹੁੰਚਾਉ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਲਤ ਵਿਖੇ ਮੈਂ ਕਰੂੰ ਸੰਭਾਲੇ। ਜਦੋਂ ਇਹ ਸਰੀਰ ਛੱਡ ਕੇ ਜਾਓਗੇ ਨਾ ਪਰਲੋਕ ਨੂੰ, ਉੱਥੇ ਤੁਹਾਡੀ ਸੰਭਾਲ ਅਸੀਂ ਕਰਾਂਗੇ। ਐਸ ਲੋਕ ਦੇ ਵਿੱਚ ਵੀ ਸੁੱਖ ਦੇਵਾਂਗੇ, ਪਦਾਰਥ ਦੇਵਾਂਗੇ, ਮਾਣ ਦੇਵਾਂਗੇ, ਸਤਿਕਾਰ ਦੇਵਾਂਗੇ। ਤੇ ਜਦੋਂ ਕੋਈ ਸਾਡਾ ਸਿੱਖ ਸਰੀਰ ਛੱਡ ਕੇ ਪਰਲੋਕ ਨੂੰ ਜਾਵੇਗਾ, ਉੱਥੇ ਵੀ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਜਾਣ ਕੇ, ਗੁਰੂ ਨਾਨਕ ਦਾ ਸਿੱਖ ਜਾਣ ਕੇ ਉੱਥੇ ਵੀ ਸਤਿਕਾਰ ਮਿਲਿਆ ਕਰੇਗਾ, ਉੱਥੇ ਵੀ ਮਾਣ ਪ੍ਰਾਪਤ ਹੋਵੇਗਾ। ਐਸਾ ਮਾਣ, ਐਸਾ ਸਤਿਕਾਰ ਅਸੀਂ ਤੁਹਾਨੂੰ ਦੇਣ ਵਾਸਤੇ ਇਹ ਪੰਜਾਂ ਕਕਾਰਾਂ ਰੂਪੀ ਬਾਣਾ ਬਖਸ਼ਿਆ ਹੈ। ਉੱਤਮ ਪਦ ਮੈਂ ਤਬ ਪਹੁੰਚਾਉ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਉੱਤਮ ਪਦਵੀ ਜਿਸ ਨੂੰ ਕਿਹਾ ਜਾਂਦਾ ਹੈ ਕੇਵਲ ਮੋਕਸ਼, ਮੁਕਤੀ, ਉਸ ਮੁਕਤੀ ਦੀ ਦਾਤ ਤੁਹਾਨੂੰ ਪ੍ਰਾਪਤ ਹੋਵੇਗੀ। ਜਮ ਬਸ ਪਰਬੇ ਤੇ ਛੁਟਕਾਉ। ਮਹਾਰਾਜ ਕਹਿਣ ਲੱਗੇ, ਮੇਰਾ ਸਿੱਖ ਜਮਾਂ ਦੇ ਵਸ ਨਹੀਂ ਕਦੇ ਪਏਗਾ। ਜਿਵੇਂ ਸ਼ੇਰ ਨੂੰ ਕੋਈ ਵਸ ਨਹੀਂ ਨਾ ਕਰ ਸਕਦਾ, ਗਧਾ ਵਸ ਹੋ ਜਾਂਦਾ। ਗਧੇ ਦਾ ਕੰਨ ਫੜ ਕੇ ਜਿੱਧਰ ਨੂੰ ਮਰਜ਼ੀ ਲੈ ਜਾਓ। ਜਿਹੜੇ ਜਾਤਾਂ ਪਾਤਾਂ ਦੇ ਹੰਕਾਰ ਵਿੱਚ ਰਹਿਣਗੇ, ਉਹ ਗਧੇ ਲੋਕ ਧਰਮਰਾਜ ਦੇ ਵਸ ਵਿੱਚ ਹੀ ਰਹਿਣਗੇ। ਧਰਮਰਾਜਾ ਲੇਖਾ ਲੈਂਦਾ ਹੀ ਰਹੇਗਾ ਉਹਨਾਂ ਦੇ ਕੋਲੋਂ। ਪਰ ਜਿਹੜੇ ਪੰਜ ਕਕਾਰ ਪਾ ਕੇ ਬਾਣੇ ਵਾਲੇ ਬਣ ਜਾਣਗੇ, ਬਾਣੀ ਵਾਲੇ ਬਣ ਜਾਣਗੇ, ਉਹ ਫਿਰ ਕਿਸੇ ਦੇ ਵਸ ਵਿੱਚ ਨਹੀਂ ਰਹਿਣਗੇ। ਇੱਥੋਂ ਤੱਕ ਕਿ ਧਰਮਰਾਜਾ ਵੀ ਉਹਨਾਂ ਨੂੰ ਪੁੱਛ ਨਹੀਂ ਸਕੇਗਾ। ਮਹਾਰਾਜ ਨੇ ਖਾਲਸੇ ਨੂੰ ਇੰਨਾ ਸੁਤੰਤਰ ਤੇ ਪਤੰਤਰ ਕੀਤਾ ਹੈ ਕਿ ਧਰਮਰਾਜਾ ਜਿਹੜਾ ਹੈ ਨਾ, ਉਹ ਵੀ ਪੁੱਛੇਗਾ ਨਹੀਂ। ਰੇ ਰੇ ਦਰਗਾਹ ਕਹੈ ਨਾ ਕੋ ਆਓ ਬੈਠ, ਆਦਰ ਸੁਭ ਦੇਉ। ਧਰਮਰਾਜ ਵੀ ਸਤਿਕਾਰ ਦੇਵੇਗਾ, ਮੇਰੇ ਸਿੱਖ ਨੂੰ ਪੁੱਛ ਨਹੀਂ ਸਕੇਗਾ। ਹਿਸਾਬ ਕਿਤਾਬ ਮੇਰੇ ਸਿੱਖ ਦਾ ਧਰਮਰਾਜ ਦੀ ਕਚਹਿਰੀ ਵਿੱਚ ਨਹੀਂ ਹੋਵੇਗਾ। ਜਿਮ ਰਾਸ਼ਬ ਤਰ ਕੇ ਹਰਬਾਨਾ। ਕਹਿਣ ਲੱਗੇ ਵੀ ਜਿਵੇਂ ਗਧੇ ਨੇ ਸ਼ੇਰ ਵਾਲਾ ਬਾਣਾ ਪਾਇਆ ਹੈ, ਬਿਨ ਡਰ ਕਰਿਓ ਖੇਤ ਗਨ ਪਰ ਖਾਨਾ। ਉਹ ਗਧਾ, ਉਹਨੂੰ ਡਰ ਹੀ ਲੈ ਗਿਆ। ਸ਼ੇਰ ਦੀ ਖੱਲ ਪਾ ਕੇ ਗਧੇ ਨੂੰ ਡਰ ਰਹਿ ਗਿਆ ਵੀ ਹੁਣ ਮੈਨੂੰ ਕੋਈ ਨਹੀਂ ਕੁਝ ਕਹਿ ਸਕਦਾ। ਮੌਜਾਂ ਨਾਲ ਖੇਤ ਖਾਂਦਾ ਰਿਹਾ, ਖੇਤ ਚਰਦਾ ਰਿਹਾ। ਉਸਨੇ ਆਪਣੀਆਂ ਸਾਰੀਆਂ ਡਰਾਂ ਨੂੰ ਦੂਰ ਕਰਕੇ, ਭੈ ਨੂੰ ਦੂਰ ਕਰਕੇ ਖੇਤ ਖਾਧੇ ਹਨ। ਪੁੰਨ ਕਲਾਲ ਕੇ ਪ੍ਰਵੇਸ਼ਿਓ ਤੇ ਜਾਏ। ਫਿਰ ਉਹ ਗਧਾ ਖੇਤ ਖਾ ਕੇ ਤੇ ਆਪਣੇ ਘੁਮਿਆਰ ਮਾਲਕ ਦੇ ਘਰੇ ਚਲਾ ਗਿਆ ਹੈ। ਲਾਦ ਗੁਣ ਕੋ ਲਸ਼ਟ ਲਗਾਏ। ਤੇ ਉਹ ਜਿਹੜਾ ਘੁਮਿਆਰ ਸੀ, ਉਹਨੇ ਵੇਖਿਆ ਵੀ ਇਹ ਤੇ ਮੇਰਾ ਗਧਾ ਹੀ ਹੈ। ਉਹਨੇ ਉਹਦੇ ਉੱਪਰ ਭਾਰ ਲੱਦਿਆ ਤੇ ਨਾਲੇ ਮਾਰੀ ਸੋਟੀ ਵੀ, ਚੱਲ ਇਸ ਸਮਾਨ ਨੂੰ ਚੁੱਕੇ ਤੁਰਨਾ ਕਰ। ਤਿਸ ਹੋਏ ਸਿੰਘ ਜਾਤ ਮੈਂ ਪਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਹੜਾ ਸਾਡਾ ਸਿੰਘ ਹੋ ਕੇ ਜਾਤ ਵਿੱਚ ਪਏਗਾ ਨਾ, ਹੋਵੇਗਾ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਪਰ ਪਵੇਗਾ ਜਾਤ ਪਾਤ ਦੇ ਵਿੱਚ ਵੀ। ਮੇਰੀ ਆ ਜਾਤ ਹੈ, ਮੇਰੀ ਆ ਗੋਤ ਹੈ, ਮੇਰੀ ਆ ਪੰਗਤ ਸੰਗਤ ਹੈ, ਮੇਰੀ ਆ ਬਰਾਦਰੀ ਹੈ। ਜਿਹੜਾ ਸਿੰਘ ਹੋ ਕੇ ਜਾਤ ਪਾਤ ਵਿੱਚ ਪੈਂਦਾ ਹੈ, ਤਜੈ ਸ਼ਸਤਰ ਪੈ ਕੋਏ ਨ ਧਰੈ। ਅਤੇ ਸ਼ਸਤਰ ਲਾ ਦੇਵੇ ਵੀ ਮੈਂ ਨਹੀਂ ਸ਼ਸਤਰ ਪਾਵਾਂਗਾ, ਮੈਂ ਪੰਜ ਕਕਾਰ ਨਹੀਂ ਪਾਵਾਂਗਾ। ਮਹਾਰਾਜ ਕਹਿਣ ਲੱਗੇ, ਫਿਰ ਤੇਰੇ ਕੋਲੋਂ ਭੈ ਕੋਈ ਨਹੀਂ ਖਾਏਗਾ। ਜਿਵੇਂ ਉਹ ਗਧਾ ਸੀ ਨਾ, ਗਧਾ ਜਦੋਂ ਉਹਦੀ ਪਹਿਚਾਣ ਆ ਗਈ ਨਾ, ਜਿੰਨਾ ਚਿਰ ਪਹਿਚਾਣ ਨਹੀਂ ਆਈ ਲੋਕੀ ਡਰਦੇ ਰਹੇ ਗਧੇ ਨੂੰ ਸ਼ੇਰ ਸਮਝ ਕੇ। ਜਦੋਂ ਪਤਾ ਲੱਗ ਗਿਆ ਵੀ ਨਹੀਂ ਸ਼ੇਰ ਨਹੀਂ ਇਹ ਤੇ ਗਧਾ, ਉਹਦਾ ਡਰ ਲੈ ਗਿਆ ਲੋਕਾਂ ਦੇ ਮਨਾਂ ਵਿੱਚੋਂ। ਸਗੋਂ ਘੁਮਿਆਰ ਨੇ ਵੀ ਉਹਦੇ ਸੋਟਾ ਹੀ ਮਾਰਿਆ ਆ ਕੇ, ਕੋਈ ਸਵਾਗਤ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਜੇ ਕੋਈ ਸਾਡਾ ਸਿੱਖ ਹੋ ਕੇ ਜਾਤ ਪਾਤ ਵਿੱਚ ਪਵੇਗਾ ਤੇ ਸ਼ਸਤਰ ਧਾਰਨ ਨਹੀਂ ਕਰੇਗਾ, ਉਹਦਾ ਭੈ ਕਿਸੇ ਦੇ ਵਿੱਚ ਰਵੇਗਾ ਨਹੀਂ, ਉਹ ਤੋਂ ਕੋਈ ਨਹੀਂ ਡਰੇਗਾ, ਕੋਈ ਉਹਦਾ ਭੈ ਨਹੀਂ ਰੱਖਦਾ ਹੈ। ਹਲਤਕਾਰ ਕੋ ਕਰਤ ਗਵਾਵੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੁਣ ਗਧੇ ਦੀ ਵੇਖੋ ਕੀ ਜ਼ਿੰਦਗੀ ਹੈ, ਸਾਰੀ ਉਮਰ ਭਾਰ ਚੁੱਕਦਿਆਂ ਹੀ ਲੰਘ ਜਾਣੀ ਹੈ। ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਨਾ ਦਰਸ਼ਨ ਕਰਨ ਵਾਸਤੇ, ਤੇ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਗਧੇ ਪਾਲੇ ਹੋਏ। ਗਧੇ ਨੂੰ ਗੋਦਾਵਰੀ ਨਦੀ ਦੇ ਵਿੱਚ ਲੈ ਜਾਂਦੇ, ਉੱਥੋਂ ਭਰ ਦਿੰਦੇ ਰੇਤਾ ਦੇ ਨਾਲ,
ਰੇਤਾ ਦੇ ਨਾਲ ਭਰ ਕੇ ਵੱਡੀਆਂ ਵੱਡੀਆਂ ਪੰਡਾਂ ਦੇ ਉਹਨਾਂ ਦੀ ਪਿੱਠ ਦੇ ਉੱਪਰ ਰੱਖ ਦਿੰਦੇ ਤੇ ਗਧੇ ਦੀ ਕੇਵਲ ਧੌਣ ਹੀ ਬਾਹਰ ਹੈ, ਸਾਰਾ ਗਧਾ ਪਾਣੀ ਵਿੱਚ ਹੈ ਤੇ ਪਾਣੀ ਵਿੱਚ ਲੱਦਿਆ ਹੋਇਆ। ਤੇ ਫਿਰ ਉਹਦੇ ਸੋਟਾ ਮਾਰਦੇ, ਉਹ ਗਧਾ ਵਿਚਾਰਾ ਪਤਾ ਨਹੀਂ ਪਾਣੀ ਵਿੱਚੋਂ ਕਿਵੇਂ ਨਿਕਲਦਾ, ਭਾਰ ਚੁੱਕ ਕੇ ਕਿਵੇਂ ਉਹ ਚੜ੍ਹਾਈ ਚੜ੍ਹਦਾ, ਕਿਵੇਂ ਉਹ ਜਾ ਕੇ ਉਹ ਵੱਡੇ ਵੱਡੇ ਰੇਤਾ ਦੇ ਥੈਲੇ ਕਿਵੇਂ ਪਹੁੰਚਾਉਂਦਾ। ਉਹਦੇ ਪੈਰਾਂ ਵਿੱਚੋਂ, ਉਹਦੇ ਖੁਰਾਂ ਵਿੱਚੋਂ, ਉਹਦੀਆਂ ਲੱਤਾਂ ਵਿੱਚੋਂ ਖੂਨ ਨਿਕਲਦਾ ਪਿਆ, ਜ਼ਖਮ ਹੋਏ ਪਏ, ਪਰ ਵਿਚਾਰੇ ਦੀ ਕੋਈ ਪੁੱਛ ਨਿਗਿੱਛ ਨਹੀਂ ਹੈ। ਸਾਰਾ ਦਿਨ ਭਾਰ ਢੋਇਆ ਗਿਆ, ਸ਼ਾਮ ਨੂੰ ਖੋਲ੍ਹ ਦਿੱਤਾ ਵੀ ਜਾ ਕੇ ਰੂੜੀਆਂ ਤੇ ਕੱਖ ਖਾ, ਗੰਦ ਖਾ। ਸਵੇਰੇ ਫਿਰ ਉਸੇ ਕੰਮ ਦੇ ਵਿੱਚ ਜੋੜ ਲਿਆ। ਸਾਰਾ ਦਿਨ ਕੰਮ ਕਰਾਇਆ, ਰਾਤ ਨੂੰ ਖਾਣ ਵਾਸਤੇ ਚਾਰਾ ਵੀ ਨਹੀਂ ਪਾਇਆ, ਰੂੜੀਆਂ ਦੇ ਕੱਖ ਖਾਂਦਾ ਫਿਰਦਾ। ਉਹਦਾ ਕਰਮ ਹੀ ਇਸ ਤਰ੍ਹਾਂ ਦਾ, ਸਾਰੀ ਉਮਰ ਭਾਰ ਢੋਂਦਿਆਂ ਹੀ ਲੰਘ ਜਾਣੀ ਹੈ, ਮਰ ਜਾਣਾ। ਮਹਾਰਾਜ ਕਹਿਣ ਲੱਗੇ ਜਿਹੜੀ ਜਾਤੀ ਪਾਤੀ ਵਿੱਚ ਪੈਣਗੇ ਉਸੇ ਗਧੇ ਦੇ ਵਾਂਗ ਸਾਰੀ ਉਮਰ ਭਾਰ ਹੀ ਢੋਂਦੇ ਰਹਿਣਗੇ, ਕਦੇ ਪਰਿਵਾਰ ਦਾ, ਕਦੇ ਸੰਸਾਰ ਦਾ, ਕਦੇ ਜ਼ਿੰਮੇਵਾਰੀਆਂ ਦਾ। ਗਧੇ ਦੇ ਵਾਂਗ ਜ਼ਿੰਮੇਵਾਰੀਆਂ ਹੀ ਨਿਭਾਉਂਦੇ ਰਹਿਣਗੇ। ਆ ਵੀ ਜ਼ਿੰਮੇਵਾਰੀ ਨਿਭਾ ਲਵਾਂ, ਆ ਵੀ ਭਾਰ ਸਿਰ ਤੋਂ ਲਾ ਲਵਾਂ, ਪੁੱਤਰ ਦਾ ਵਿਆਹ ਕਰ ਲਵਾਂ, ਧੀ ਦਾ ਵਿਆਹ ਕਰ ਲਵਾਂ, ਫਲਾਣੇ ਦਾ ਮੈਂ ਸ਼ਗਨ ਦੇ ਆਵਾਂ, ਫਲਾਣੇ ਦਾ ਮੈਂ ਇਹ ਕਾਰਜ ਕਰ ਆਵਾਂ। ਜਿਵੇਂ ਗਧਾ ਸਾਰੀ ਉਮਰ ਕੰਮ ਕਰਦਿਆਂ ਹੀ ਮਰ ਜਾਂਦਾ ਹੈ। ਜਿਹੜੇ ਗੁਰੂ ਕੇ ਸਿੱਖ ਹੋ ਕੇ ਜਾਤ ਪਾਤ ਵਿੱਚ ਪੈਣਗੇ ਉਹਨਾਂ ਦੀ ਹਾਲਤ ਗਧੇ ਵਰਗੀ ਹੈ। ਆ ਜਨਮ ਤੇ ਆ ਲੋਕ ਸਾਰੀ ਉਮਰ ਕੰਮ ਕਰਦਿਆਂ ਲੰਘ ਜਾਣਾ, ਧੰਦੇ ਵਿੱਚ ਫਸਿਆਂ ਲੰਘ ਜਾਂਦਾ ਹੈ। ਪਲਤ ਸਖਾਏ ਕੋਏ ਨ ਪਾਵੇ। ਤੇ ਜਦੋਂ ਗੁਰਮੁਖੋ ਸਰੀਰ ਛੱਡ ਕੇ ਪਰਲੋਕ ਨੂੰ ਜਾਵਾਂਗੇ, ਹੁਣ ਮੰਨ ਲਓ ਗਧੇ ਨੇ ਸਾਰੀ ਉਮਰ ਕੰਮ ਕੀਤਾ, ਜਦੋਂ ਗਧਾ ਮਰ ਕੇ ਜਾਏਗਾ ਲੇਖਾ ਤੇ ਗਧੇ ਕੋਲੋਂ ਵੀ ਲਿਆ ਜਾਣਾ ਨਾ, ਗਧੇ ਨੇ ਕਿਹੜਾ ਨਾਮ ਜਪ ਲਿਆ। ਇਸੇ ਤਰ੍ਹਾਂ ਜਿਹੜੇ ਗਧੇ ਵਰਗੇ ਲੋਕ ਨੇ ਸਾਰੀ ਉਮਰ ਕੰਮ ਕਰ ਛੱਡਿਆ, ਨਾ ਰੱਬ ਦੀ ਬੰਦਗੀ ਕੀਤੀ, ਨਾ ਨਾਮ ਜਪਿਆ, ਨਾ ਸੇਵਾ, ਨਾ ਸਿਮਰਨ, ਨਾ ਅੰਮ੍ਰਿਤ ਵੇਲਾ, ਨਾ ਗੁਰੂ ਦਾ ਨਾਮ ਲਿਆ, ਤੇ ਗੁਰਮੁਖੋ ਮਰਨਾ ਤੇ ਹੈ ਨਾ, ਦੁਨੀਆ ਤੋਂ ਜਾਣਾ ਤੇ ਹੈ। ਜਦੋਂ ਮਰ ਕੇ ਦੁਨੀਆ ਤੋਂ ਜਾਣਗੇ ਫਿਰ ਪਰਲੋਕ ਦੇ ਵਿੱਚ ਵੀ ਕੋਈ ਨਹੀਂ ਪੁੱਛੇਗਾ। ਜੇ ਤੇ ਗੁਰੂ ਵਾਲਾ ਹੋਵੇਗਾ ਨਾ ਤੇ ਗੁਰੂ ਅੰਗ ਸੰਗ ਹੋਵੇਗਾ। ਗੁਰੂ ਮੇਰੇ ਸੰਗ ਸਦਾ ਹੈ, ਗੁਰੂ ਮੇਰੇ ਅੰਗ ਸੰਗ ਹੈ, ਮੈਨੂੰ ਪਰਲੋਕ ਦੇ ਵਿੱਚ ਲੇਖਾ ਨਹੀਂ ਦੇਣ ਦੇਵੇਗਾ। ਤੇ ਜੇ ਆਪਾਂ ਗੁਰੂ ਵਾਲੇ ਬਣੇ ਹੀ ਨਾ ਤੇ ਫਿਰ ਸਾਡੀ ਰਾਖੀ ਕਿਹਨੇ ਕਰਨੀ ਹੈ, ਫਿਰ ਸਾਨੂੰ ਉੱਥੇ ਕਿਹਨੇ ਬਚਾਉਣਾ ਹੈ। ਫਿਰ ਤੇ ਧਰਮਰਾਜ ਨੂੰ ਲੇਖਾ ਦੇਣਾ ਹੀ ਪਵੇਗਾ, ਉੱਥੇ ਵੀ ਮਾਰ ਖਾਣੀ ਪਵੇਗੀ। ਗਧੇ ਦੀ ਕੈਸੀ ਹਾਲਤ ਹੈ, ਸਾਰੀ ਉਮਰ ਭਾਰ ਚੁੱਕਦਿਆਂ ਲੰਘ ਗਈ, ਮਰਨ ਤੋਂ ਮਗਰੋਂ ਅੱਗੇ ਧਰਮਰਾਜੇ ਦੇ ਵੱਸ ਪੈ ਗਿਆ। ਜਿਹੜਾ ਸਿੱਖ ਹੋ ਕੇ ਜਾਤ ਪਾਤ ਦੇ ਬੰਧਨ ਵਿੱਚ ਬੱਧੇਗਾ, ਜਿਹੜਾ ਸਿੱਖ ਹੋ ਕੇ ਆਖੇਗਾ ਵੀ ਮੈਂ ਤੇ ਆਪਣੀ ਜਾਤ ਬਰਾਦਰੀ ਉੱਚੀ ਰੱਖਦਾ, ਮੈਂ ਨਹੀਂ ਸਿੱਖ ਬਣਨਾ ਚਾਹੁੰਦਾ, ਮੈਂ ਨਹੀਂ ਅੰਮ੍ਰਿਤ ਛਕਣਾ ਚਾਹੁੰਦਾ, ਮੈਂ ਨਹੀਂ ਪੰਜ ਕਕਾਰ ਪਾਉਣੇ ਚਾਹੁੰਦਾ, ਮੈਨੂੰ ਗੁਰੂ ਕਾ ਸਿੱਖ ਨਾ ਕਹੋ, ਮੇਰੀ ਜਾਤ ਕਰਕੇ ਮੈਨੂੰ ਬੁਲਾਇਆ ਜਾਵੇ। ਮਹਾਰਾਜ ਕਹਿਣ ਲੱਗੇ ਹਾਲਤ ਉਹਦੀ ਗਧੇ ਵਰਗੀ ਹੈ। ਇਸ ਜਨਮ ਦੇ ਵਿੱਚ ਜ਼ਿੰਮੇਵਾਰੀਆਂ ਦਾ ਭਾਰ ਢੋਂਦਾ ਰਹੇਗਾ, ਜਦੋਂ ਮਰ ਕੇ ਪਰਲੋਕ ਨੂੰ ਜਾਵੇਗਾ ਗੁਰਪੀਰ ਉੱਥੇ ਕੋਈ ਨਹੀਂ ਹੋਵੇਗਾ, ਕਿਸੇ ਨੇ ਹਾਮੀ ਨਹੀਂ ਭਰਨੀ ਹੈ। ਕਿਉਂਕਿ ਜਿਹੜਾ ਇਸ ਦੁਨੀਆ ਵਿੱਚ ਗੁਰੂ ਵਾਲਾ ਨਹੀਂ ਬਣਿਆ ਉਹਦੀ ਫਿਰ ਗੁਰੂ ਹਾਮੀ ਥੋੜ੍ਹੀ ਭਰੇਗਾ ਉੱਥੇ ਜਾ ਕੇ, ਜਿੱਥੇ ਜਾ ਕੇ ਲੇਖਾ ਦੇਣਾ। ਗੁਰੂ ਨੇ ਹਾਮੀ ਤਾਂ ਹੀ ਭਰਨੀ ਹੈ ਜੇ ਇਸ ਲੋਕ ਵਿੱਚ ਤੂੰ ਗੁਰੂ ਵਾਲਾ ਬਣੇਗਾ ਤੇ ਫਿਰ ਤੇਰੀ ਹਾਮੀ ਗੁਰੂ ਭਰੇਗਾ ਪਰਲੋਕ ਦੇ ਅੰਦਰ। ਪਰ ਜੇ ਤੂੰ ਗੁਰੂ ਵਾਲਾ ਬਣਿਆ ਹੀ ਨਹੀਂ ਫਿਰ ਤੇਰੀ ਹਾਮੀ ਕਿਸੇ ਨਹੀਂ ਭਰਨੀ। ਇਸ ਦੁਨੀਆ ਵਿੱਚ ਵੀ ਵਕਤ ਕਰਦਿਆਂ ਉਮਰਾਂ ਲੰਘ ਗਈ, ਅੱਗੇ ਪਰਲੋਕ ਦੇ ਵਿੱਚ ਵੀ ਜਮਾਂ ਦੀ ਮਾਰ ਖਾਂਦਿਆਂ ਹੀ ਸਮਾਂ ਲੰਘ ਗਿਆ। ਐਸੀ ਹਾਲਤ ਹੁੰਦੀ ਹੈ। ਤਜਹ ਸ਼ਸਤਰ ਪੈ ਕਰੈ ਨ ਤੇ ਕੋਈ। ਜੇ ਸ਼ਸਤਰ ਉਤਾਰ ਦਿਓਗੇ, ਜਿੰਨਾ ਚਿਰ ਗਧੇ ਨੇ ਸ਼ੇਰ ਦੀ ਖੱਲ ਪਾਈ ਰੱਖੀ ਲੋਕੀ ਡਰਦੇ ਰਹਿ ਵੀ ਸ਼ੇਰ ਹੈ, ਨੇੜੇ ਜਾਵਾਂਗੇ ਤੇ ਸਾਡੇ ਤੇ ਹਮਲਾ ਕਰੇਗਾ। ਇਹ ਜਿਹੜੇ ਮਹਾਰਾਜ ਨੇ ਸਾਨੂੰ ਪੰਜ ਕਕਾਰ ਪਵਾਏ ਨੇ, ਸ਼ੇਰ ਦੀ ਖੱਲ ਪਵਾਈ ਹੈ ਸਾਡੇ ਉੱਪਰ, ਸਾਨੂੰ ਸੂਰਮੇ ਬਣਾਇਆ ਮਹਾਰਾਜ ਨੇ। ਇਹਦੇ ਨਾਲ ਤੁਸੀਂ ਆਪਣੀ ਰੱਖਿਆ ਵੀ ਕਰ ਸਕਦੇ ਹੋ ਤੇ ਕਿਸੇ ਗਰੀਬ ਮਜ਼ਲੂਮ ਦੇ ਉੱਪਰ ਵੀ ਜੇ ਕੋਈ ਅਤਿਆਚਾਰ ਕਰੇ ਤੇ ਉਹਦੀ ਰੱਖਿਆ ਵੀ ਕਰ ਸਕਦੇ ਹੋ। ਪਰ ਮਹਾਰਾਜ ਕਹਿਣ ਲੱਗੇ ਵੀ ਜੇ ਤੁਸੀਂ ਇਹ ਪੰਜ ਕਕਾਰ ਜਾਂ ਸ਼ਸਤਰ ਲਾ ਦਿੱਤੇ ਨਾ, ਉਤਾਰ ਦਿੱਤੇ, ਤੇ ਫਿਰ ਤੁਹਾਡਾ ਕਿਸੇ ਨੇ ਭੈ ਨਹੀਂ ਰੱਖਣਾ ਹੈ। ਭਇਓ ਗਧੇ ਕੋ ਗਧਾ ਸੋਈ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਗਧੇ ਦਾ ਗਧਾ ਹੀ ਰਹਿ ਗਿਆ ਨਾ। ਜਿੰਨਾ ਚਿਰ ਸ਼ੇਰ ਦੀ ਖੱਲ ਪਾਈ ਉਹਨਾਂ ਚਿਰ ਸ਼ੇਰ ਬਣਿਆ ਰਿਹਾ, ਖੱਲ ਲੈ ਗਈ ਹੈ ਤੇ ਗਧੇ ਦਾ ਗਧਾ ਰਹਿ ਗਿਆ। ਜਿਹੜਾ ਜਾਤ ਪਾਤ ਵਿੱਚ ਵੜਿਆ ਬੈਠਾ ਹੈ ਉਹਦੀ ਹਾਲਤ ਗਧੇ ਵਰਗੀ ਹੈ। ਇਸ ਲੋਕ ਦੇ ਵਿੱਚ ਵੀ ਕੁਝ ਨਹੀਂ ਪ੍ਰਾਪਤ ਹੋਇਆ, ਪਰਲੋਕ ਦੇ ਵਿੱਚ ਵੀ ਕੁਝ ਪ੍ਰਾਪਤ ਨਹੀਂ ਹੋਣਾ ਹੈ। ਅੱਜ ਸਾਡੀ ਕੌਮ ਨੇ ਬਹੁਤਾਤ ਲੰਗਰਾਂ ਦੇ ਉੱਪਰ ਜ਼ੋਰ ਦੇ ਦਿੱਤਾ।
ਥਾਵਾਂ ਥਾਵਾਂ ਤੇ ਲੰਗਰ ਛਕਾਉਣ ਦਾ ਸਾਨੂੰ ਚਾਅ ਹੈ ਬੜਾ ਜ਼ਿਆਦਾ। ਕੋਈ ਜੋੜ ਮੇਲਾ ਆ ਜਾਵੇ, ਕੋਈ ਇਤਿਹਾਸਕ ਦਿਹਾੜਾ ਆ ਜਾਵੇ, ਅਸੀਂ ਸੜਕਾਂ ਤੇ ਰੋਕ ਰੋਕ ਕੇ ਰੱਜਿਆਂ ਨੂੰ ਵੀ ਰਜਾਈਦਾ ਤੇ ਭੁੱਖਿਆਂ ਨੂੰ ਵੀ ਰਜਾਈਦਾ। ਲੰਗਰ ਲਾਉਣਾ, ਲੰਗਰ ਛਕਾਉਣਾ, ਲੰਗਰ ਵਰਤਾਉਣਾ ਮਾੜੀ ਗੱਲ ਨਹੀਂ ਹੈ, ਇਹ ਵੀ ਮਹਾਰਾਜ ਨੇ ਸਾਨੂੰ ਦੱਸਿਆ। ਪਰ ਗੁਰਮੁਖੋ ਕੱਲਾ ਜ਼ੋਰ ਲੰਗਰ ਤੇ ਵੀ ਨਹੀਂ ਲੱਗਣਾ ਚਾਹੀਦਾ। ਹੋਰ ਵੀ ਕਈ ਕੰਮ ਨੇ ਧਰਮ ਦੇ ਵਿੱਚ ਕਰਨ ਵਾਲੇ ਜਿਹੜੇ ਕਰਨੇ ਜ਼ਰੂਰੀ ਨੇ। ਜਿਵੇਂ ਕਿ ਬੱਚਿਆਂ ਨੂੰ ਸ਼ਸਤਰ ਵਿੱਦਿਆ ਦੀਆਂ ਕਲਾਸਾਂ ਲਾਉਣੀਆਂ, ਬੱਚਿਆਂ ਨੂੰ ਸ਼ਸਤਰ ਵਿੱਦਿਆ ਸਿਖਾਉਣੀ, ਬੱਚਿਆਂ ਨੂੰ ਗੁਰਬਾਣੀ ਸਿਖਾਉਣੀ, ਬੱਚਿਆਂ ਨੂੰ ਇਤਿਹਾਸ ਸਿਖਾਉਣਾ ਤੇ ਆਪਣੇ ਧਰਮ ਦਾ ਹੋਰਾਂ ਭਾਸ਼ਾ ਵਿੱਚ ਗਾਂਹ ਪ੍ਰਚਾਰ ਕਰਨਾ। ਸਾਡੇ ਧਰਮ ਵਿੱਚ ਕੀ ਲਿਖਿਆ ਹੈ, ਸਾਡੇ ਗ੍ਰੰਥਾਂ ਵਿੱਚ ਕੀ ਲਿਖਿਆ ਹੈ, ਸਾਡਿਆਂ ਸਿੱਖਾਂ ਦੀਆਂ ਕੁਰਬਾਨੀਆਂ ਕਿਉਂ ਹੋਈਆਂ, ਕਿਵੇਂ ਹੋਈਆਂ। ਅਸੀਂ ਤੇ ਪੰਜਾਬੀ ਹਾਂ, ਪੰਜਾਬੀ ਪੜ੍ਹ ਕੇ ਜਾਣਦੇ ਹਾਂ, ਪਰ ਪੰਜਾਬੀਆਂ ਤੋਂ ਬਾਹਰ ਵੀ ਤੇ ਕਈ ਲੋਕ ਹੈਗੇ ਨੇ ਨਾ ਜਿਹੜੇ ਪੰਜਾਬੀ ਨਹੀਂ ਜਾਣਦੇ। ਕੋਈ ਤਾਮਿਲ ਪੜ੍ਹਿਆ, ਕੋਈ ਗੁਜਰਾਤੀ ਪੜ੍ਹਿਆ, ਕੋਈ ਹਿੰਦੀ ਪੜ੍ਹਿਆ, ਕੋਈ ਇੰਗਲਿਸ਼ ਪੜ੍ਹਿਆ ਹੋਇਆ, ਕੋਈ ਫਰੈਂਚ ਪੜ੍ਹਿਆ ਹੋਇਆ। ਵੱਖ-ਵੱਖ ਭਾਸ਼ਾ ਨੇ ਦੁਨੀਆ ਦੇ ਵਿੱਚ। ਜਿਹੜੀ ਸਾਨੂੰ ਭਾਸ਼ਾ ਦਾ ਗਿਆਨ ਹੈ ਉਸ ਭਾਸ਼ਾ ਦੇ ਵਿੱਚ ਸਾਨੂੰ ਕਿਤਾਬਾਂ ਲਿਖਣੀਆਂ ਚਾਹੀਦੀਆਂ, ਗ੍ਰੰਥ ਲਿਖਣੇ ਚਾਹੀਦੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ, ਮੋਬਾਈਲ ਦੇ ਉੱਪਰ ਸਾਨੂੰ ਕਈ ਤਰ੍ਹਾਂ ਦੇ ਇਤਿਹਾਸਕ ਕਾਰਨਾਮੇ ਜਿਹੜੇ ਨੇ ਵੱਖ-ਵੱਖ ਭਾਸ਼ਾ ਵਿੱਚ ਲਿਖ ਕੇ ਤੇ ਪਾਉਣੇ ਚਾਹੀਦੇ ਨੇ। ਹੋਰਾਂ ਧਰਮਾਂ ਦੇ ਲੋਕ, ਹੋਰਾਂ ਮਤਾਂ ਦੇ ਲੋਕ ਗੁਰਬਾਣੀ ਨੂੰ ਜਾਣ ਸਕਣ, ਇਤਿਹਾਸ ਨੂੰ ਜਾਣ ਸਕਣ, ਸਾਡਾ ਇਤਿਹਾਸ ਦੁਨੀਆ ਤੱਕ ਪਹੁੰਚਾਇਆ ਜਾ ਸਕੇ। ਕੱਲਾ ਸਾਡਾ ਧਿਆਨ ਲੰਗਰ ਵੱਲ ਹੀ ਨਾ ਰਹਿ ਜਾਵੇ। ਲੰਗਰ ਲਾਉਣਾ ਮਾੜਾ ਨਹੀਂ ਹੈ, ਚੰਗੀ ਗੱਲ ਹੈ, ਪਰ ਲੰਗਰ ਦੇ ਨਾਲ ਹੋਰ ਵੀ ਤੇ ਕਈ ਕੰਮ ਕਰਨ ਵਾਲੇ ਨੇ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ, ਬਾਣੀ ਨਾਲ ਜੋੜਨਾ, ਸ਼ਸਤਰਾਂ ਦਾ ਅਭਿਆਸ ਕਰਾਉਣਾ, ਇਤਿਹਾਸ ਸੁਣਾਉਣਾ ਆਪਣੇ ਬੱਚਿਆਂ ਨੂੰ ਵੀ ਅਸੀਂ ਕਿਹਨਾਂ ਦੀ ਔਲਾਦ ਹਾਂ, ਸਾਡੇ ਵੱਡੇ ਵਡੇਰੇ ਕੌਣ ਸਨ। ਤੇ ਕੱਲਾ ਆਪਣੇ ਤੱਕ ਹੀ ਨਾ ਸੀਮਤ ਰਹੀਏ, ਇਸ ਇਤਿਹਾਸ ਨੂੰ, ਇਸ ਗੁਰਬਾਣੀ ਨੂੰ ਅੱਗੇ ਦੂਜਿਆਂ ਤੱਕ ਲੈ ਕੇ ਚੱਲੀਏ, ਵੰਡੀਏ, ਤਾਂ ਕਿ ਹੋਰਾਂ ਨੂੰ ਸਾਡੇ ਧਰਮ ਦਾ, ਗੁਰਬਾਣੀ ਦਾ ਗਿਆਨ ਹੋਵੇ, ਹੋਰ ਦੂਜੇ ਲੋਕ ਵੀ ਸਾਡੇ ਮਤ ਦੇ ਨਾਲ ਜੁੜ ਸਕਣ, ਗੁਰੂ ਵਾਲੇ ਬਣ ਸਕਣ। ਸਿੱਖਾਂ ਦੀ ਗਿਣਤੀ ਅਮਲੀ ਤੌਰ ਤੇ ਬਹੁਤ ਘੱਟ ਵਧੀ ਹੈ। ਜਿੰਨਾ ਪ੍ਰਚਾਰ ਹੋਣਾ ਚਾਹੀਦਾ, ਜਿੰਨਾ ਅਸੀਂ ਲੋਕਾਂ ਨੂੰ ਜੋੜਨਾ ਚਾਹੀਦਾ, ਜੋੜ ਨਹੀਂ ਸਕੇ। ਅਸੀਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਦੇ ਰਹਿੰਦੇ, ਝਗੜਾ ਕਰਦੇ ਰਹਿੰਦੇ, ਦੂਜੇ ਨੂੰ ਦੂਰ ਹੀ ਕਰਦੇ ਹਾਂ ਡਰਾ ਕੇ। ਸਗੋਂ ਗੱਲ ਹੈ ਜੋੜਨ ਦੀ, ਜੋੜਨਾ ਚਾਹੀਦਾ ਹੈ। ਲੰਗਰ ਲਾਉਣੇ ਚੰਗੀ ਗੱਲ ਹੈ, ਪਰ ਲੰਗਰ ਦੇ ਨਾਲ ਹੋਰ ਵੀ ਕਈ ਗੱਲਾਂ ਨੇ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹ ਕੰਮ ਕਰਨ ਤੋਂ ਅਸੀਂ ਪਿੱਛੇ ਰਹਿ ਗਏ, ਦੂਰ ਚਲੇ ਗਏ, ਨਫ਼ਰਤ ਪੈਦਾ ਹੋ ਗਈ, ਗਿਆਨ ਤੋਂ ਖਾਲੀ ਆ। ਬਹੁ ਗਿਣਤੀ ਵਿੱਚ ਸਿੱਖਾਂ ਨੂੰ ਨਿਤਨੇਮ ਨਹੀਂ ਆਉਂਦਾ, ਬਹੁ ਗਿਣਤੀ ਵਿੱਚ ਸਿੱਖਾਂ ਨੂੰ ਬਾਣੀ ਬਾਰੇ ਨਹੀਂ ਪਤਾ ਹੈਗਾ, ਦੂਜਿਆਂ ਨੂੰ ਅਸੀਂ ਕੀ ਦੱਸਣਾ। ਬਹੁ ਗਿਣਤੀ ਵਿੱਚ ਸਾਨੂੰ ਸ਼ਸਤਰਾਂ ਬਾਰੇ ਨਹੀਂ ਪਤਾ, ਗੁਰੂ ਪਾਤਸ਼ਾਹ ਨੇ ਕਿਹੜੇ ਕਿਹੜੇ ਕੰਮ ਕੀਤੇ, ਸਿੱਖਾਂ ਨੇ ਕਿਵੇਂ ਕਿਵੇਂ ਸ਼ਹੀਦੀਆਂ ਦਿੱਤੀਆਂ, ਸਾਨੂੰ ਨਹੀਂ ਪਤਾ। ਕੁਝ 15-20 ਸ਼ਹੀਦ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦਾ ਇਤਿਹਾਸ ਸਾਨੂੰ ਪਤਾ, ਮੋਟਾ ਮੋਟਾ ਜਿਹਾ, ਚਰਖੜੀ 'ਤੇ ਚੜ੍ਹਨ ਵਾਲਿਆਂ ਦਾ, ਬੰਦ ਕਟਾਉਣ ਵਾਲਿਆਂ ਦਾ, ਸੀਸ ਤਲੀ 'ਤੇ ਰੱਖਣ ਵਾਲਿਆਂ ਦਾ, ਖੋਪਰੀ ਲਹਾਉਣ ਵਾਲਿਆਂ ਦਾ। ਇਸ ਤਰ੍ਹਾਂ ਦੇ ਜਿਹੜੇ ਕੁਝ ਸ਼ਹੀਦ ਨੇ ਉਹਨਾਂ ਦਾ ਇਤਿਹਾਸ ਅਸੀਂ ਸੁਣ ਲਿਆ ਹੋਵੇਗਾ ਕਿਸੇ ਦੀਵਾਨ ਵਿੱਚੋਂ ਤੇ ਸਾਨੂੰ ਮੋਟਾ ਮੋਟਾ ਯਾਦ ਹੋਵੇਗਾ। ਪਰ ਕਿੰਨੀਆਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ, ਕਿੰਨੇ ਮੋਰਚੇ ਲੱਗੇ, ਕਿੰਨੀਆਂ ਲਹਿਰਾਂ ਚੱਲੀਆਂ, ਅਸੀਂ ਕਦੇ ਪੜ੍ਹਿਆ ਹੀ ਨਹੀਂ, ਕਦੇ ਧਿਆਨ ਹੀ ਨਹੀਂ ਦਿੱਤਾ। ਆਪਣੇ ਇਤਿਹਾਸ ਨੂੰ ਪੜ੍ਹੋ, ਆਪਣੇ ਵਿਰਸੇ ਨੂੰ ਪੜ੍ਹੋ ਅਤੇ ਉਹਨੂੰ ਅੱਗੇ ਲੋਕਾਂ ਵਿੱਚ ਵੰਡੋ, ਲੋਕਾਂ ਨੂੰ ਦੱਸੋ। ਅੱਜ ਪੰਜਾਬੀਆਂ ਦੀ ਕੌਮ ਇੱਕ ਭੰਗੜਾ ਪਾਉਣ ਵਾਲੀ ਕੌਮ ਬਣ ਕੇ ਰਹਿ ਗਈ ਹੈ। ਕੋਈ ਦੂਜੇ ਮੱਤ ਦਾ, ਦੂਜੇ ਸ਼ਹਿਰ ਦਾ, ਦੂਜੇ ਦੇਸ਼ ਦਾ ਕੋਈ ਵਿਅਕਤੀ ਮਿਲਦਾ ਨਾ ਅਤੇ ਉਹ ਪੰਜਾਬੀ ਨੂੰ ਵੇਖ ਕੇ ਆਖਦਾ ਬੱਲੇ ਬੱਲੇ ਸਰਦਾਰ ਦੀ, ਤਾਂ ਉਹਨੂੰ 2 ਉਂਗਲਾਂ ਕਰਕੇ ਵੀ ਇਹ ਨੱਚਣ ਵਾਲੀ ਕੌਮ ਹੈ, ਭੰਗੜਾ ਪਾਉਣ ਵਾਲੀ। ਅਸੀਂ ਦੱਸ ਹੀ ਨਹੀਂ ਸਕੇ ਵੀ ਸਾਡੀ ਕੌਮ ਸੂਰਮਿਆਂ ਦੀ ਹੈ। ਭੰਗੜਾ ਪਾ ਕੇ ਲੋਕਾਂ ਨੂੰ ਵਿਖਾ ਛੱਡਿਆ। ਲੋਕ ਸਾਨੂੰ ਮਖੌਲ ਕਰਦੇ, ਸਰਦਾਰ ਦੇ 12 ਵੱਜ ਗਏ, 12 ਵੱਜ ਗਏ ਕਹਿ ਕੇ ਸਾਨੂੰ ਮਖੌਲ ਕੀਤਾ ਜਾਂਦਾ, ਪਰ ਸਾਨੂੰ ਪਤਾ ਹੀ ਨਹੀਂ ਵੀ 12 ਵੱਜਣ ਦਾ ਇਤਿਹਾਸ ਕੀ ਹੈ। ਜਦੋਂ ਮੁਗਲਾਂ ਦਾ ਰਾਜ ਸੀ ਨਾ ਗੁਰਮੁਖੋ, ਉਦੋਂ ਗੁਰੂ ਕੇ ਸਿੱਖ ਦੁਪਹਿਰੇ, ਸਿਖਰ ਦੁਪਹਿਰੇ 12 ਵਜੇ ਜਾਂ ਰਾਤ ਨੂੰ 12 ਵਜੇ ਹਮਲਾ ਕਰਦੇ ਸਨ। ਕਿਉਂਕਿ ਮੁਗਲ ਜਿਹੜੇ ਸਨ, ਜਾਂ ਤੇ ਉਹ ਦੁਪਹਿਰੇ ਖਾ ਪੀ ਕੇ ਤੇ ਦੁਪਹਿਰੇ ਸੁੱਤੇ ਹੁੰਦੇ ਸਨ ਤੇ ਬੇਖਬਰਿਆਂ ਦੇ ਉੱਪਰ ਜਾ ਕੇ ਹਮਲਾ ਕਰਨਾ, ਤੇ ਜਾਂ ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਸੁੱਤੇ ਹੋਏ ਤੇ 12 ਵਜੇ 1 ਵਜੇ ਜਾ ਕੇ ਜਦੋਂ ਕਿਤੇ ਨੀਂਦ ਵਿੱਚ ਪੈਣਾ ਤੇ ਜਾ ਕੇ ਟੁੱਟ ਕੇ ਪੈ ਜਾਣਾ ਉਹਨਾਂ ਦੇ ਉੱਪਰ।
ਇਸੇ ਹਮਲਾ ਕਰਨ ਦੀ ਇੱਕ ਜੁਗਤੀ, ਦੁਸ਼ਮਣ ਨੂੰ ਸੁੱਤੇ ਨੂੰ ਜਾ ਕੇ ਦੱਬਣਾ ਹੈ ਆ ਬਹਾਦਰੀ ਵਾਲਾ ਕੰਮ। ਲੋਕੀ ਭੈ ਖਾਂਦੇ ਸਨ ਵੀ ਸਿੱਖਾਂ ਦੇ 12 ਵੱਜ ਗਏ ਜੇ, ਸਾਵਧਾਨ ਹੋ ਜਾਓ, ਕਿਸੇ ਪਾਸਿਓਂ ਆ ਕੇ ਪੈਣ ਵਾਲੇ ਨੇ, ਹਮਲਾ ਕਰਨ ਵਾਲੇ ਨੇ। ਹੈ ਤੇ ਬਹਾਦਰੀ ਵਾਲਾ ਕਾਰਨਾਮਾ ਸੀ ਨਾ, ਪਰ ਲੋਕ ਉਲਟੇ ਪਾਸੇ ਲੈ ਗਏ ਵੀ ਸਿੱਖਾਂ ਦੇ 12 ਵੱਜ ਗਏ ਵੀ ਇਹ ਤੇ ਝੱਲੇ ਮਸਤਾਨੇ ਨੇ, ਦਿਮਾਗ ਲੱਗਿਆ ਨਾ। ਉਹਦਾ ਕਾਰਨ ਇਹ ਹੈ ਵੀ ਅਸੀਂ ਆਪਣਾ ਇਤਿਹਾਸ ਨਾ ਆਪਣੇ ਬੱਚਿਆਂ ਨੂੰ ਦੱਸ ਸਕੇ, ਨਾ ਦੁਨੀਆ ਨੂੰ ਦੱਸ ਸਕੇ, ਤੇ ਅਸੀਂ ਖਾਲੀ ਰਹਿ ਗਏ, ਕੇਵਲ ਲੰਗਰ ਪੰਗਤ ਤੱਕ ਸੀਮਤ। ਹਾਂ, ਲੰਗਰ ਪੰਗਤ ਜ਼ਰੂਰੀ ਹੈ, ਪਰ ਨਾਲ ਨਾਲ ਇਤਿਹਾਸ ਦਾ, ਗੁਰਬਾਣੀ ਦਾ ਲੰਗਰ ਲਾਉਣਾ ਇਹ ਸਭ ਤੋਂ ਵੱਡਾ ਜ਼ਰੂਰੀ ਹੈ। ਗੁਰੂ ਘਰਾਂ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਨਹੀਂ ਲੱਗਦੀਆਂ, ਬਹੁਤ ਘੱਟ ਗੁਰੂ ਘਰ ਨੇ ਜਿੱਥੇ ਬੱਚਿਆਂ ਦੀਆਂ ਪੰਜਾਬੀ ਦੀਆਂ ਕਲਾਸਾਂ, ਗੁਰਬਾਣੀ ਦੀਆਂ ਕਲਾਸਾਂ, ਇਤਿਹਾਸ ਦੀਆਂ ਕਲਾਸਾਂ ਲੱਗਦੀਆਂ। ਲੰਗਰ ਸਾਰਿਆਂ ਥਾਵਾਂ 'ਤੇ ਹੀ ਲੱਗਦਾ। ਇਸ ਗੱਲ ਵੱਲ, ਇਸ ਇਤਿਹਾਸ ਵੱਲ ਸਾਨੂੰ ਧਿਆਨ ਦੇਣਾ ਪਵੇਗਾ। ਮਹਾਰਾਜ ਨੇ ਸਮਝਾਇਆ ਹੈ, ਸਤਿਗੁਰੂ ਕਹਿਣ ਲੱਗੇ, ਜਦੋਂ ਤੁਸੀਂ ਸ਼ਸਤਰ ਛੱਡ ਦਿਓਗੇ, ਗੁਰਬਾਣੀ ਛੱਡ ਦਿਓਗੇ, ਗੁਰੂ ਦਾ ਨਾਮ ਜਪਣਾ ਛੱਡ ਦਿਓਗੇ, ਤੁਹਾਡੀ ਗਿਣਤੀ ਗਧਿਆਂ ਵਿੱਚ ਹੋਵੇਗੀ, ਤੇ ਗਧੇ ਤੋਂ ਕੋਈ ਭੈ ਨਹੀਂ ਖਾਂਦਾ। ਗਧਾ ਇੱਥੇ ਵੀ ਸਾਰੀ ਉਮਰ ਭਾਰ ਹੀ ਚੁੱਕਦਾ ਤੇ ਅੱਗੇ ਪਰਲੋਕ ਵਿੱਚ ਜਾ ਕੇ ਵੀ ਮਾਰ ਖਾਂਦਾ। ਸ਼ਸਤਰ ਪਾ ਕੇ ਰੱਖੋਗੇ, ਗੁਰਬਾਣੀ ਪੜ੍ਹਦੇ ਰਹੋਗੇ, ਇਤਿਹਾਸ ਨਾਲ ਜੁੜੇ ਰਹੋਗੇ, ਗੁਰੂ ਵਾਲੇ ਬਣ ਕੇ ਰਹੋਗੇ, ਤੇ ਸ਼ੇਰਾਂ ਵਾਲੀ ਜ਼ਿੰਦਗੀ ਹੈ। ਇੱਥੇ ਵੀ ਦੁਨੀਆ ਭੈ ਖਾਏਗੀ ਤੇ ਪਰਲੋਕ ਦੇ ਵਿੱਚ ਵੀ ਗੁਰੂ ਬਾਂਹ ਫੜੇਗਾ, ਜਮਾਂ ਦੀ ਮਾਰ ਨਹੀਂ ਪਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਇਹ ਸਮਝਾ ਰਹੇ ਨੇ, ਅੱਗੇ ਬਖਸ਼ਿਸ਼ ਕਰਦੇ ਹਨ। ਜਾਤੇ ਸ਼੍ਰੀ ਅਕਾਲ ਕੋ ਬਾਨਾ, ਇਸ ਕਰਕੇ ਤੁਹਾਨੂੰ ਅਕਾਲ ਪੁਰਖ ਦਾ ਬਾਣਾ ਅਸੀਂ ਬਖਸ਼ਿਆ ਹੈ। ਦੇ ਮੈਂ ਕੀਨੇ ਸਿੰਘ ਸਮਾਨਾ, ਇਹ ਆਪਣੇ ਸਿੱਖਾਂ ਨੂੰ ਅਕਾਲ ਪੁਰਖ ਦਾ ਬਾਣਾ ਦੇ ਕੇ ਤੇ ਇਹਨਾਂ ਨੂੰ ਸ਼ੇਰਾਂ ਵਰਗੇ ਬਣਾਇਆ ਹੈ। ਇਸਕੇ ਧਰੇ ਸਦਾ ਸੁਖ ਹੋਏ, ਜਿਹੜਾ ਬਾਣਾ ਪਾ ਕੇ ਰੱਖੇਗਾ, 5 ਕਕਾਰ ਧਾਰਨ ਕਰੇਗਾ, ਗੁਰਬਾਣੀ ਪੜ੍ਹੇਗਾ, ਉਸ ਨੂੰ ਲੋਕ ਦਾ ਸੁਖ ਤੇ ਪਰਲੋਕ ਦਾ ਸੁਖ ਦੋਨੇ ਮਿਲਦੇ ਹਨ। ਤਿਆਗੇ ਦੋਨੋਂ ਲੋਕ ਨ ਢੋਏ, ਪਰ ਜੇ ਛੱਡ ਦੇਵੇਗਾ ਬਾਣਾ, ਬਾਣੀ ਨੂੰ, ਗੁਰੂ ਨੂੰ, ਤੇ ਫਿਰ ਨਾ ਐਸ ਲੋਕ ਵਿੱਚ ਢੋਈ ਹੈ, ਨਾ ਪਰਲੋਕ ਦੇ ਵਿੱਚ ਢੋਈ ਮਿਲਣੀ ਹੈ। ਇਹ ਮਹਾਰਾਜ ਨੇ ਸ਼ੇਰ ਤੇ ਗਧੇ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਹੈ। ਅੱਗੋਂ ਮਰਜ਼ੀ ਸਾਡੀ ਆਪਣੀ ਹੈ ਵੀ ਆਪਾਂ ਕੀ ਕਰਨਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਲੇਖਾ ਕਤਹਿ ਨ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।